ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਜੀਵਨ ਦਰਸ਼ਨਾਂ ਦੇ ਪ੍ਰਸੰਗ ਦੀ ਜੋ ਅਗਲੀ ਕਥਾ ਵਿਚਾਰ ਹੈ, ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਜਦੋਂ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਰੇਰੂ ਸਾਹਿਬ ਵਾਲਿਆਂ ਦੀ ਜਦ ਬਰਸੀ ਆਈ ਆ, ਇਸ ਬਰਸੀ ਦੇ ਉੱਤੇ ਜਦ ਸੰਤ ਬਾਬਾ ਜਵਾਲਾ ਸਿੰਘ ਜੀ ਗਏ ਆ ਤੇ ਇਹਨਾਂ ਦੇ ਨਾਲ ਜਿਹੜੇ ਬਾਕੀ ਹੋਰ ਸੱਜਣ ਸਿੰਘ ਗਏ ਸੀ, ਇਹਨਾਂ ਵਿੱਚੋਂ ਗਿਆਨੀ ਜੋਧ ਸਿੰਘ ਜੀ ਜਿਹੜੇ ਸੀਗੇ, ਇਹ ਵੀ ਮਹਾਂਪੁਰਖਾਂ ਦੇ ਨਾਲ ਗਏ। ਜਦ ਇਸ ਬਰਸੀ ਤੋਂ ਬਾਅਦ ਗਿਆਨੀ ਜੋਧ ਸਿੰਘ ਹੁਣਾਂ ਨੇ ਮਹਾਂਪੁਰਖਾਂ ਤੋਂ ਜਿਹੜਾ ਸੀਗਾ ਆਪਣੀ ਆਗਿਆ ਮੰਗੀ, ਤਾਂ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਹੁਣੀ ਕਹਿਣ ਲੱਗੇ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਆਪਣੇ ਪਿੰਡ ਜਿਹੜਾ ਜਾਇਓ, ਆਪਣੀ ਮਾਤਾ ਨੂੰ ਮਿਲਿਆਓ ਤੇ ਇੱਕ ਰਾਤ ਰਹਿ ਕੇ ਦੂਸਰੇ ਦਿਨ ਤੁਸੀਂ ਵਾਪਸ ਜਿਹੜਾ ਫਿਰ ਇੱਥੇ ਹਰਖੋਵਾਲ ਡੇਰੇ ਦੇ ਵਿੱਚ ਪਹੁੰਚ ਜਾਣਾ ਹੈਗਾ। ਸੋ ਗਿਆਨੀ ਜੋਧ ਸਿੰਘ ਜੀ ਸੱਤ ਬਚਨ ਕਹਿ ਕੇ ਮਹਾਂਪੁਰਖਾਂ ਨੂੰ ਆਪਣੇ ਪਿੰਡ ਫਿਰ ਕਟਾਵੇ ਚਲੇ ਗਏ। ਜਦ ਇੱਕ ਰਾਤ ਗਿਆਨੀ ਜੋਧ ਸਿੰਘ ਜੀ ਆਪਣੀ ਮਾਤਾ ਜੀ ਪਾਸ ਆਪਣੇ ਘਰ ਦੇ ਵਿੱਚ ਰਹੇ ਆ, ਤੇ ਉੱਥੇ ਆਲੇ ਦੁਆਲੇ ਜਿਹੜੇ ਸੀ ਹੋਰ ਸੱਜਣ, ਜਿਨ੍ਹਾਂ ਦੇ ਵਿੱਚੋਂ ਖਾਸ ਕਰਕੇ ਜਿਹੜਾ ਦਰਜੀਆਂ ਦਾ ਪਰਿਵਾਰ ਸੀਗਾ, ਤੇ ਜਦ ਉਹਨਾਂ ਨੂੰ ਪਤਾ ਲੱਗਾ ਹੈਗਾ ਕਿ ਇੱਕ ਜੋ ਸਿੱਖ ਹੈਗਾ ਉਹ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਡੇਰੇ ਤੋਂ 3 ਸਾਲ ਬਾਅਦ ਆਪਣੇ ਪਿੰਡ ਆਇਆ, ਤੇ ਉਹਨਾਂ ਨੇ ਫਿਰ ਘਰ ਦੇ ਵਿੱਚ ਇੱਕ ਨਿਉਤਾ ਦਿੱਤਾ ਹੈਗਾ। ਇਸ ਨਿਉਤੇ ਦੇ ਵਿੱਚ ਗਿਆਨੀ ਜੋਧ ਸਿੰਘ ਉਹਨਾਂ ਨੂੰ ਜਿਹੜਾ ਉਹ ਬੁਲਾਇਆ, ਤੇ ਉਹਦੇ ਵਿੱਚ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਘਰ ਆ ਕੇ ਪ੍ਰਸ਼ਾਦਾ ਪਾਣੀ ਜ਼ਰੂਰ ਛਕਣਾ ਹੈਗਾ। ਸੋ ਉਹਨਾਂ ਦੀ ਬੇਨਤੀ ਦੇ ਉੱਤੇ ਫਿਰ ਗਿਆਨੀ ਜੋਧ ਸਿੰਘ ਜੀ ਜਦ ਉਹਨਾਂ ਦੇ ਘਰ ਗਏ ਆ, ਪਰ ਇਹਨਾਂ ਦਰਜੀਆਂ ਦੇ ਟੱਬਰ ਦੇ ਵਿੱਚ ਉਹਨਾਂ ਦੀ ਜਿਹੜੀ ਇੱਕ ਮਾਤਾ ਸੀਗੀ ਉਹ ਮਾਤਾ ਦੀ ਜਿਹੜੀ ਸੀ ਅੰਦਰੋਂ ਨੀਤ ਬੜੀ ਖੋਟੀ ਸੀਗੀ, ਕਿਉਂਕਿ ਉਹਦਾ ਇੱਕ ਪੁੱਤਰ ਸੀਗਾ ਜਿਹੜਾ 2 ਮਹੀਨਿਆਂ ਤੋਂ ਬੜਾ ਬਿਮਾਰ ਰਹਿੰਦਾ ਸੀ, ਜਿਹਨੂੰ ਬੜਾ ਬੁਖਾਰ ਚੜ੍ਹਦਾ ਸੀਗਾ। ਉਸ ਮਾਤਾ ਨੇ ਕੀ ਕੀਤਾ, ਆਪਣੇ ਪੁੱਤਰ ਦਾ ਕਿਸੇ ਸਿਆਣੇ ਤੋਂ ਟੂਣਾ ਕਰਾ ਕੇ ਤੇ ਕਿੱਕਰਾਂ ਦੀਆਂ ਸੂਲਾਂ ਲੈ ਕੇ ਉਹ ਮੰਤਰ ਕੇ ਆਪਣੇ ਘਰ ਦੇ ਵਿੱਚ ਰੱਖੀਆਂ ਸੀਗੀਆਂ। ਤੇ ਜਦੋਂ ਗਿਆਨੀ ਜੋਧ ਸਿੰਘ ਜੀ ਜਿਹੜੇ ਸੀਗੇ ਪ੍ਰਸ਼ਾਦਾ ਪਾਣੀ ਛਕਣ ਲੱਗੇ, ਉਹਨਾਂ ਦੀ ਮਾਤਾ ਨੇ ਕੀ ਕੀਤਾ, ਉਹ ਜਿਹੜੀਆਂ ਸੂਲਾਂ ਸੀ ਉਹ ਰਗੜ ਕੇ ਤੇ ਗਿਆਨੀ ਜੋਧ ਸਿੰਘ ਦੇ ਜਿਹੜੇ ਲੰਗਰ ਸੀ ਚੌਲਾਂ ਵਾਲਾ ਜਿਹੜਾ ਇਹਨਾਂ ਦੇ ਥਾਲ ਦੇ ਮੂਹਰੇ ਪਰੋਸਿਆ ਸੀਗਾ, ਉਸ ਚੌਲਾਂ ਵਾਲੇ ਪ੍ਰਸ਼ਾਦ ਦੇ ਵਿੱਚ ਇਹ ਜਿਹੜੀਆਂ ਸੂਲਾਂ ਸੀਗੀਆਂ ਇਹ ਕੁੱਟ ਕੇ ਉਹਦੇ ਵਿੱਚ ਜਿਹੜੀਆਂ ਮਿਲਾਤੀਆਂ। ਜਦ ਮਿਲਾਤੀਆਂ ਤੇ ਜਦੋਂ ਇਹ ਲੰਗਰ ਵਾਲਾ ਥਾਲ ਜਿਹੜਾ ਸੀ ਗਿਆਨੀ ਜੋਧ ਸਿੰਘ ਜੀ ਦੇ ਅੱਗੇ ਰੱਖਿਆ, ਹੁਣ ਗਿਆਨੀ ਜੋਧ ਸਿੰਘ ਜੀ ਆਪਣੇ ਸੁਭਾਵਿਕ ਅਨੁਸਾਰ ਜਦ ਪਹਿਲੀ ਬੁਰਕੀ ਪਾਈ ਆ, ਪਹਿਲੀ ਬੁਰਕ ਖਾਂਦੇ ਆ ਗਿਆਨੀ ਜੋਧ ਸਿੰਘ ਨੇ ਮਹਿਸੂਸ ਕੀਤਾ ਕਿ ਉਹਨਾਂ ਨੂੰ ਜਿਵੇਂ ਕਿਸੇ ਚੀਜ਼ ਨੇ ਜਕੜ ਲਿਆ ਹੋਵੇ, ਤੇ ਹੌਲੀ ਹੌਲੀ ਉਹਨਾਂ ਨੂੰ ਫਿਰ ਬੁਖਾਰ ਸ਼ੁਰੂ ਹੋ ਗਿਆ। ਜਦ ਪੂਰੇ ਚਾਵਲ ਜਿਹੜੇ ਸੀਗੇ ਉਹ ਖਾਧੇ ਗਏ ਇਸ ਥਾਲ ਦੇ ਵਿੱਚੋਂ, ਤੇ ਬੁਖਾਰ ਪੂਰੇ ਆਪਣੇ ਜੋਬਨ 'ਤੇ ਹੋ ਗਿਆ। ਤੇ ਫਿਰ ਜਦ ਗਿਆਨੀ ਜੋਧ ਸਿੰਘ ਜੀ ਜਦ ਪੂਰਾ ਬੁਖਾਰ ਹੋ ਗਿਆ, ਤੇ ਇਹ ਇੱਥੇ ਡੇਰੇ ਹਰਖੋਵਾਲ ਪਹੁੰਚੇ ਆ। ਜਦ ਹਰਖੋਵਾਲ ਪਹੁੰਚੇ ਆ ਤੇ ਲੰਗਰ ਦੇ ਕੋਲ ਜਿਹੜੀ ਇੱਕ ਨਿੰਮ ਆ ਨਿੰਮ ਦੇ ਉੱਪਰ ਜਿਹੜੀ ਗੁਫਾ ਸੀ, ਗੁਫਾ ਤੇ ਚੜ੍ਹ ਕੇ ਜਿਹੜੇ ਲੰਮੇ ਪੈ ਗਏ। ਜਦ ਲੰਮੇ ਪਏ ਤੇ ਐਸਾ ਬੁਖਾਰ ਚੜ੍ਹਿਆ, 8 ਦਿਨ ਬੁਖਾਰ ਜਿਹੜਾ ਸੀਗਾ ਇਸੇ ਤਰ੍ਹਾਂ ਜਿਹੜਾ ਸੀਗਾ ਗਿਆਨੀ ਜੋਧ ਸਿੰਘ ਨੂੰ ਜਿਹੜਾ ਉਹ ਚੜ੍ਹਿਆ ਰਿਹਾ ਹੈਗਾ। ਤੇ ਗਿਆਨੀ ਜੋਧ ਸਿੰਘ ਜੀ ਪੂਰੇ ਬੇਸੁੱਧੀ ਦੀ ਹਾਲਤ ਵਿੱਚ ਉੱਥੇ ਪੈ ਰਹੇ ਆ। ਤੇ ਡੇਰੇ ਦੇ ਵਿੱਚ ਜਿਹੜੀ ਬੇਬੇ ਰਾਧਾ ਜੀ ਸੀਗੇ, ਇਹ ਗਿਆਨੀ ਜੋਧ ਸਿੰਘ ਦੇ ਮੂੰਹ ਦੇ ਵਿੱਚ ਹੀ ਥੋੜ੍ਹਾ ਥੋੜ੍ਹਾ ਜਿਹੜਾ ਸੀਗਾ ਸਮੇਂ ਦੇ ਵਿੱਚ ਬੇਸੁਰਤ ਦੇ ਵਿੱਚ ਥੋੜ੍ਹਾ ਜਲ ਪਾ ਜਾਂਦੇ ਸੀਗੇ। ਜਦ ਜਲ ਪਾ ਜਾਂਦੇ ਸੀਗੇ, ਇਸੇ ਤਰ੍ਹਾਂ ਕਰਦੇ ਕਰਦੇ ਜਦ 8 ਦਿਨ ਹੋਇਆ, ਬੁਖਾਰ ਟੁੱਟਣ ਦਾ ਨਾਂ ਨਾ ਲਵੇ, ਕੁਦਰਤੀ 10 ਦਿਨਾਂ ਬਾਅਦ ਫਿਰ ਸੰਤ ਬਾਬਾ ਜਵਾਲਾ ਸਿੰਘ ਜੀ ਜਦ ਡੇਰੇ ਵਿੱਚ ਪਹੁੰਚੇ ਆ, ਉਹਨਾਂ ਨੇ ਆ ਕੇ ਬੇਬੇ ਰਾਧੇ ਨੂੰ ਪੁੱਛਿਆ ਹੈਗਾ ਵੀ ਗਿਆਨੀ ਜੋਧ ਸਿੰਘ ਕਿੱਥੇ ਆ। ਤੇ ਬੇਬੇ ਰਾਧੇ ਜੀ ਨੇ ਦੱਸਿਆ ਕਿ ਉੱਪਰ ਗੁਫਾ ਦੇ ਉੱਪਰ ਜਿਹੜਾ ਮੰਜਾ ਪਿਆ, ਉਹਦੇ ਉੱਤੇ ਜਿਹੜੇ ਪਏ ਹੋਏ ਆ। ਬਾਬਾ ਜਵਾਲਾ ਸਿੰਘ ਜੀ ਬੇਬੇ ਰਾਧੇ ਨੂੰ ਉੱਪਰ ਗੁਫਾ ਦੇ ਵੱਲ ਲੈ ਗਏ, ਤੇ ਜਾਂਦਿਆਂ ਸਾਰੀ ਫਿਰ ਬਾਬਾ ਜਵਾਲਾ ਸਿੰਘ ਨੇ ਗਿਆਨੀ ਜੋਧ ਸਿੰਘ ਉਹਨਾਂ ਨੂੰ ਕਿਹਾ ਹੈਗਾ ਕਿ ਤੂੰ ਆ ਜਿਹੜੀ ਬਲਾ ਹੈਗੀ ਆ ਕਿੱਥੋਂ ਲੈ ਆਇਆ। ਜਦ ਇੰਨੀ ਗੱਲ ਹੋਈ ਆ, ਤੇ ਫਿਰ ਬਾਬਾ ਜਵਾਲਾ ਸਿੰਘ ਨੇ ਖੁਦ ਬਾਬਾ ਜੋਧ ਸਿੰਘ ਦੀ ਬਾਂਹ ਫੜ ਕੇ ਉਸ ਮੰਜੇ ਤੋਂ ਉਠਾਲ ਕੇ ਬਾਹਰ ਲਾਏ। ਬਾਹਰ ਆ ਕੇ ਬਾਬਾ ਜੀ ਨੇ ਜਲਦੀ ਨਾਲ ਆਪਣੇ ਸੇਵਾਦਾਰਾਂ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਇਸ ਤਰ੍ਹਾਂ ਕਰੋ, ਕੁੰਡਾ ਘੋਟਣਾ ਲੈ ਕੇ ਆਓ। ਜਦ ਸੇਵਕ ਕੁੰਡਾ ਘੋਟਣਾ ਲੈ ਕੇ ਆਏ, ਤੇ ਬਾਬਾ ਜਵਾਲਾ ਸਿੰਘ ਹੁਣਾਂ ਨੇ ਉਹਦੇ ਵਿੱਚ 5 ਬਦਾਮ, 5 ਛੋਟੀਆਂ ਇਲਾਇਚੀਆਂ, 5 ਕਾਲੀਆਂ ਮਿਰਚਾਂ ਇਸ ਤਰ੍ਹਾਂ ਪਾ ਕੇ ਇੱਕ ਸ਼ਰਦਈ ਤਿਆਰ ਕੀਤੀ ਹੈ। ਜਦ ਸ਼ਰਦਈ ਤਿਆਰ ਕਰਕੇ ਤੇ ਉਹਨਾਂ ਨੇ ਫਿਰ ਗਿਆਨੀ ਜੋਧ ਸਿੰਘ ਹੁਣਾਂ ਨੂੰ ਫੜਾਈ ਹੈ ਤੇ ਕਿਹਾ ਕਿ ਇਹ ਜਿਹੜੀ ਸ਼ਰਦਈ ਹੈ ਇਹ ਤੁਸੀਂ ਪੀ ਲਓ। ਤੇ ਜਦ ਬੀਬੀ ਰਾਧੇ ਜੀ ਨੇ ਜਿਹੜੀ ਉਹ ਜਿਹੜੀ ਸ਼ਰਦਈ ਸੀਗੀ
ਉਹ ਫਿਰ ਗਿਆਨੀ ਜੋਤ ਸਿੰਘ ਹੁਣਾਂ ਨੂੰ ਪਿਲਾਈ ਆ। ਜਿਉਂ-ਜਿਉਂ ਸ਼ਰਧਾਈ ਪੀਂਦੇ ਗਏ ਗਿਆਨੀ ਜੋਤ ਸਿੰਘ ਹੁਣੀ, ਤੇ ਉਹਨਾਂ ਦਾ ਬੁਖਾਰ ਨਾਲੋਂ ਨਾਲ ਉਤਰਦਾ ਗਿਆ। ਜਦ ਪੂਰੀ ਸ਼ਰਧਾਈ ਪੀਤੀ ਗਈ ਤਾਂ ਪੂਰਾ ਬੁਖਾਰ ਜਿਹੜਾ ਹੈ ਨਾ ਫਿਰ ਯਕਦਮ ਹੀ ਉਤਰ ਗਿਆ। ਜਦ ਉਤਰਿਆ ਹੈਗਾ ਤਾਂ ਫਿਰ ਬਾਬਾ ਜੀ ਨੇ ਫਿਰ ਗਿਆਨੀ ਜੋਤ ਸਿੰਘ ਨੂੰ ਇਹ ਆਖਿਆ ਸੀਗਾ ਕਿ ਆ ਜਿਹੜੀ ਬਲਾ ਸੀ ਇਹ ਤੂੰ ਕਿੱਥੋਂ ਲੈ ਆਇਆ ਸੀਗਾ। ਅਤੇ ਫਿਰ ਗਿਆਨੀ ਜੋਤ ਸਿੰਘ ਨੂੰ ਆਖਿਆ ਸੀਗਾ ਕਿ ਮੈਂ ਉੱਥੇ ਇੱਕ ਨਿਉਤਾ ਛਕ ਲਿਆ ਸੀਗਾ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਹਦੇ ਖਾਣ ਦੇ ਵਿੱਚ ਆ ਜਿਹੜੀ ਚੀਜ਼ ਹੈਗੀ ਆ ਇਹ ਮੇਰੇ ਨਾਲ ਜਿਹੜੀ ਹੈ ਇਸੇ ਸਰੀਰ ਦੇ ਵਿੱਚ ਦਾਖਲ ਹੋ ਜਾਊਗੀ। ਫਿਰ ਬਾਬਾ ਜਵਾਲਾ ਸਿੰਘ ਨੇ ਆਪਣੇ ਡੇਰੇ ਦੇ ਜਿੰਨੇ ਸੇਵਾਦਾਰ ਸੀ ਉਹਨਾਂ ਨੂੰ ਬੁਲਾਇਆ ਅਤੇ ਸਾਰਿਆਂ ਨੂੰ ਇਹ ਹਦਾਇਤ ਕੀਤੀ ਆ ਕਿ ਅੱਗੇ ਤੋਂ ਜਾ ਕੇ ਨਾ ਕਿਸੇ ਦੇ ਵੀ ਜਿਹੜਾ ਹੈ ਨਾ ਨਿਉਤਾ ਨਹੀਂ ਛਕਣਾ ਹੈਗਾ। ਨਿਉਤਾ ਛਕਣ ਲੱਗੇ ਹੈ ਨਾ ਬੜਾ ਪਰਹੇਜ਼ ਕਰਨਾ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਬਾਬਾ ਜੀ ਨੇ ਇਹ ਦੱਸਣ ਦਾ ਜਾਣੀ ਕਿ ਸਾਰੀ ਸੰਗਤ ਨੂੰ ਕਿਹਾ ਹੈਗਾ ਕਿ ਸਿੱਖ ਜਿਹੜਾ ਹੈ ਨਾ ਬਿਨਾਂ ਕਿਸੇ ਰਹਿਤ ਵਾਇਤ ਘਰ ਦੇ ਵਿੱਚੋਂ ਜਾਂ ਉਹ ਘਰ ਜਿਹੜਾ ਨਗੋਰਾ ਹੋਵੇ ਹੈ ਨਾ ਉੱਥੋਂ ਕਦੀ ਵੀ ਜਲ ਪਾਣੀ ਨਾ ਛਕੇ, ਕਿਉਂਕਿ ਉਸ ਨਗੋਰੇ ਘਰ ਦੇ ਵਿੱਚੋਂ ਹੈ ਨਾ ਕੁਛ ਵੀ ਜਿਹੜਾ ਹੈਗਾ ਉਸ ਨਗੋਰੇ ਘਰ ਦੇ ਜੀਵ ਹੈਗੇ ਆ, ਉਸ ਸਿੱਖ ਨੂੰ ਕੋਈ ਨਾ ਕੋਈ ਜਿਹੜੀ ਚੀਜ਼ ਹੈ ਟੂਣਾ ਕਰਕੇ ਕਿਸੇ ਨਾ ਕਿਸੇ ਚੀਜ਼ ਦਾ ਜਿਹੜਾ ਭਾਰ ਹੈਗਾ ਉਹਦੇ ਖਾਣੇ ਵਿੱਚ ਪਾ ਕੇ ਹੈ ਨਾ ਫਿਰ ਗੁਰਸਿੱਖ ਦੇ ਨਾਲ ਜੋ ਉਹ ਵਰਤਾਰਾ ਕਰਦੇ ਆ, ਫਿਰ ਉਹਦਾ ਜਿਹੜਾ ਵਰਤਾਰੇ ਦਾ ਜੋ ਭਾਵ ਬਣਦਾ ਹੈ ਨਾ ਉਹ ਫਿਰ ਸਿੱਖ ਦੇ ਸਰੀਰ ਨੂੰ ਤਕਲੀਫ ਪਹੁੰਚਾਉਂਦਾ ਹੈਗਾ। ਸੋ ਅਗਲੀ ਜਿਹੜੀ ਵਿਚਾਰ ਹੈਗੀ ਆ ਉਹ ਬਾਬਾ ਜਵਾਲਾ ਸਿੰਘ ਜੀ ਜਦੋਂ ਦਮਦਮਾ ਸਾਹਿਬ ਹਰੇਕ ਵਿਸਾਖੀ 'ਤੇ ਕੁਝ ਸੇਵਾਦਾਰਾਂ ਨਾਲ ਜਾਂਦੇ ਹੁੰਦੇ ਸੀਗੇ, ਅਤੇ ਇਸ ਦਮਦਮਾ ਸਾਹਿਬ ਦੀ ਵਿਸਾਖੀ ਦੇ ਉੱਤੇ ਨਾ ਹੋਰ ਵੀ ਜਿੰਨੇ ਮਹਾਂਪੁਰਖ ਸੀਗੇ ਉਹ ਵੀ ਇਹਦੇ ਵਿੱਚ ਪਹੁੰਚਦੇ ਸੀਗੇ, ਜਿਹਦੇ ਵਿੱਚ ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖ, ਬਾਬਾ ਤਰਲੋਚਨ ਸਿੰਘ ਜੀ ਅਤੇ ਬਾਬਾ ਬਿਸ਼ਨ ਸਿੰਘ ਜੀ ਅਤੇ ਬਾਬਾ ਦਲੀਪ ਸਿੰਘ ਜੀ ਅਤੇ ਬਾਬਾ ਜਿਹੜੇ ਸੀ ਪ੍ਰਦੁਮਨ ਸਿੰਘ ਜੀ, ਇਹ ਜਿਹੜੇ ਸੀ ਨਾ ਖਾਸ ਤੌਰ 'ਤੇ ਆਪਣੇ ਸੇਵਾਦਾਰਾਂ ਨਾਲ ਦਮਦਮਾ ਸਾਹਿਬ ਦੀ ਵਿਸਾਖੀ 'ਤੇ ਪਹੁੰਚਦੇ ਸੀਗੇ। ਅਤੇ ਉੱਥੇ ਦਮਦਮਾ ਸਾਹਿਬ ਦੀ ਵਿਸਾਖੀ 'ਤੇ ਅਖੰਡ ਪਾਠ ਸਾਹਿਬ ਵੀ ਰੱਖੇ ਜਾਂਦੇ ਸੀ, ਭੋਗ ਵੀ ਪਾਏ ਜਾਂਦੇ ਸੀ, ਕਥਾ ਵਿਚਾਰਾ ਕੀਰਤਨ ਵੀ ਹੁੰਦਾ ਸੀਗਾ, ਅਤੇ ਬੜਾ ਹੀ ਉਸ ਭਾਰੀ ਇਕੱਠ ਦੇ ਵਿੱਚ ਨਾ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਆਉਂਦੀਆਂ ਸੀ ਤਾਂ ਮਹਾਂਪੁਰਖ ਫਿਰ ਗੁਰੂ ਸਾਹਿਬਾਂ ਦੇ ਬਚਨ ਸੁਣਾ ਕੇ ਹੈ ਨਾ ਫਿਰ ਸੰਗਤਾਂ ਨੂੰ ਨਿਹਾਲ ਕਰਦੇ ਹੁੰਦੇ ਸੀਗੇ। ਸੋ ਇਸ ਤਰ੍ਹਾਂ ਹੈ ਨਾ ਉੱਥੇ ਇੱਕ ਸੰਤ ਸਭਾ ਜਿਹੜੀ ਹੈ ਨਾ ਉਹ ਵੀ ਲੱਗਦੀ ਹੁੰਦੀ ਸੀ। ਇਸ ਸੰਤ ਸਭਾ ਦੇ ਵਿੱਚ ਹੈ ਨਾ ਜਿੰਨੇ ਵੀ ਸਮੁੱਚੇ ਮਹਾਂਪੁਰਖ ਹੁੰਦੇ ਸੀ, ਜਿਵੇਂ ਸੰਤ ਬਾਬਾ ਨੰਦ ਸਿੰਘ ਜੀ, ਬਾਬਾ ਤਰਲੋਚਨ ਸਿੰਘ ਜੀ, ਬਾਬਾ ਬਿਸ਼ਨ ਸਿੰਘ ਜੀ, ਬਾਬਾ ਦਲੀਪ ਸਿੰਘ ਜੀ, ਬਾਬਾ ਪ੍ਰਦੁਮਨ ਸਿੰਘ ਅਤੇ ਜਥੇਦਾਰ ਨਰਾਇਣ ਸਿੰਘ ਜੀ ਜਿਹੜੇ ਹਨ ਅਤੇ ਹੋਰ ਜਿੰਨੇ ਸਾਧੂ ਸੀ ਉਹ ਮੰਜਿਆਂ 'ਤੇ ਬੈਠੇ ਹੁੰਦੇ ਸੀ। ਇਸ ਮੰਜਿਆਂ ਦੇ ਵਿੱਚ ਇੱਕ ਵਾਰੀ ਜਿਹੜੀ ਨਾ ਵਿਚਾਰ ਸੰਤ ਬਾਬਾ ਨੰਦ ਸੋਹਣਾ ਨੇ ਪ੍ਰਸ਼ਨ ਕਰਕੇ ਪੁੱਛੀ ਸੀ। ਬਾਬਾ ਜੀ ਨੇ ਇਹ ਆਖਿਆ ਸੀਗਾ ਕਿ ਭਾਈ ਅਸੀਂ ਇੱਕ ਸਵਾਲ ਜਿਹੜਾ ਹੈ ਨਾ ਸਾਫ਼ ਸਾਰੀਆਂ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਇਹ ਰੱਖਦੇ ਹਾਂ ਕਿ ਸੰਸਾਰ ਨੂੰ ਤਿਆਗ ਕੇ ਸੱਚ ਦੀ ਪ੍ਰਾਪਤੀ ਕਿਵੇਂ ਹੋਵੋ। ਸੋ ਸੰਸਾਰ ਨੂੰ ਤਿਆਗ ਕੇ ਸੱਚ ਦੀ ਪ੍ਰਾਪਤੀ ਕਿਵੇਂ ਹੋਵੇ, ਇਹਦੇ 'ਤੇ ਆਪਣੇ ਜਿੰਨੇ ਵੀ ਮਹਾਂਪੁਰਖ ਹਨ ਆਪੋ ਆਪਣੀ ਵਿਚਾਰ ਜਾਂ ਆਪੋ ਆਪਣਾ ਜਿਹੜਾ ਤਜਰਬਾ ਹੈ ਨਾ ਸਾਰਿਆਂ ਨਾਲ ਸਾਂਝਾ ਕਰਨ। ਸੋ ਜਿੰਨੇ ਵੀ ਮਹਾਂਪੁਰਖ ਸੀ ਹੈ ਨਾ ਸਾਰਿਆਂ ਨੇ ਆਪੋ ਆਪਣੇ ਜਿਹੜੇ ਵਿਚਾਰ ਸੀ ਬਾਬਾ ਸੰਤ ਬਾਬਾ ਨੰਦ ਸਿੰਘ ਉਹਨਾਂ ਦੇ ਅੱਗੇ ਰੱਖੇ। ਪਰ ਕਿਉਂਕਿ ਸੰਤ ਬਾਬਾ ਜਵਾਲਾ ਸਿੰਘ ਜੀ ਜਿਹੜੇ ਸੀਗੇ ਉੱਥੇ ਥੱਲੇ ਭੁੰਜੇ ਬੈਠੇ ਸੀਗੇ, ਜਦ ਭੁੰਜੇ ਬੈਠੇ ਸੀਗੇ ਤਾਂ ਫਿਰ ਕਿਸੇ ਨੇ ਕਹਿਤਾ ਕਿ ਇੱਥੇ ਸੰਤ ਬਾਬਾ ਜਵਾਲਾ ਸਿੰਘ ਜਿਹੜੇ ਹੈ ਉਹਨੇ ਹੀ ਆਪਣੇ ਵਿਚਾਰ ਨਹੀਂ ਦੱਸੇ। ਸੋ ਸਾਰੀ ਸੰਗਤ ਨੇ ਫਿਰ ਮਹਾਂਪੁਰਖ ਨੇ ਕਿਹਾ ਕਿ ਉਹ ਵੀ ਆਪਣੇ ਵਿਚਾਰ ਦੱਸਣ। ਪਰ ਫਿਰ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਨੇ ਕਿਹਾ ਹੈ ਕਿ ਜਿਹੜੀ ਮੇਰੀ ਸੋਚਣੀ ਹੈਗੀ ਆ ਇਹ ਬੜੀ ਛੋਟੀ ਹੈਗੀ ਆ। ਪਰ ਜਦ ਸੰਗਤਾਂ ਨੇ ਸਾਰੀ ਗੱਲ ਜਿਹੜੀ ਸੀ ਉਹ ਬਾਬਾ ਜਵਾਲਾ ਸਿੰਘ ਨੂੰ ਕਿਹਾ ਕਿ ਤੁਸੀਂ ਜ਼ਰੂਰ ਦੱਸੋ, ਕਿਉਂਕਿ ਤੁਸੀਂ ਸੰਤ ਬਾਬਾ ਆਇਆ ਸਿੰਘ ਹੁਣਾਂ ਦੀ ਕਾਫੀ ਸੰਗਤ ਕੀਤੀ ਆ, ਜਿਸ ਕਰਕੇ ਤੁਸੀਂ ਉਹਨਾਂ ਦੇ ਵਿਚਾਰ ਜ਼ਰੂਰ ਦੱਸੋ। ਫਿਰ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਨੇ ਹੈ ਨਾ ਇਹ ਜਿਹੜੇ ਵਿਚਾਰ ਸੀ ਉਹ ਸਾਰੀ ਮਹਾਂਪੁਰਖਾਂ ਅਤੇ ਸੰਗਤ ਦੇ ਅੱਗੇ ਰੱਖੇ ਸੀਗੇ ਕਿ ਮੇਰੀ ਤੁਸ਼ ਬੁੱਧੀ ਦੇ ਅਨੁਸਾਰ ਹੈ ਨਾ ਮੈਨੂੰ ਜੋ ਮੇਰਾ ਭਾਵ ਹੈ, ਜੋ ਮੈਨੂੰ ਅੰਦਰੋਂ ਸੋਝੀ ਆਈ ਉਹ ਇਹੋ ਹੀ ਆ ਕਿ ਜਿਹੜੇ ਸੰਸਾਰ ਤੋਂ ਟੁੱਟੇ ਹੋਏ ਮਹਾਂਪੁਰਖ ਆ, ਸੰਸਾਰ ਦੀ ਮੋਹ ਮਾਇਆ ਤੋਂ ਨਿਰਲੇਪ ਜਿਹੜੇ ਮਹਾਂਪੁਰਖ ਆ ਨਾ, ਅਗਰ ਇਹਨਾਂ ਦੀ ਸੰਗਤ ਪ੍ਰਾਪਤ ਹੋ ਜਾਵੇ ਅਤੇ ਇਹਨਾਂ ਦੀ ਜਿਹੜੀ ਸੰਗਤ ਜਦੋਂ ਪ੍ਰਾਪਤ ਹੋ ਜਾਂਦੀ ਤਾਂ ਇਹ ਮਹਾਂਪੁਰਖ ਉਸ ਜੀਵ ਦੇ ਉੱਤੇ ਫਿਰ ਕਿਰਪਾ ਕਰ ਦਿੰਦੇ ਆ। ਜਦ ਜੀਵ 'ਤੇ ਕਿਰਪਾ ਹੋ ਜਾਂਦੀ ਹੈ ਤਾਂ ਫਿਰ ਮਹਾਂਪੁਰਖ ਜਿਹੜੇ ਹਨ ਉਸ ਜੀਵ ਨੂੰ ਸੱਚ ਦਾ ਰੂਪ ਬਣਾ ਕੇ ਅਤੇ ਸੱਚ ਦੇ ਨਾਲ ਹੀ ਜੋੜ ਦਿੰਦੇ ਹੈ। ਇਹ ਜਿਹੜਾ ਜਵਾਬ ਸੀ ਨਾ ਫਿਰ ਉਹਨਾਂ ਟਾਈਮਾਂ ਵਿੱਚ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਨੇ ਦਿੱਤਾ ਸੀਗਾ, ਜਿਹਨੂੰ ਸੁਣ ਕੇ ਨਾ ਜਿੰਨੇ ਵੀ ਸਾਰੇ ਮਹਾਂਪੁਰਖ ਸੀਗੇ ਉਹ ਬੜੇ ਪ੍ਰਸੰਨ ਹੋਏ ਸੀਗੇ। ਇਸ ਤਰ੍ਹਾਂ ਇੱਕ ਦਮਦਮਾ ਸਾਹਿਬ ਜੰਡਸਰ ਜਿਹੜਾ ਅਸਥਾਨ ਹੈਗਾ, ਉਸ ਜੰਡਸਰ ਅਸਥਾਨ ਦੇ ਉੱਪਰ ਹਨ ਪਾਣੀ ਦੀ ਬੜੀ ਕਿੱਲਤ ਸੀ। ਸੋ ਜੰਡਸਰ ਅਸਥਾਨ 'ਤੇ ਰਹਿਣ ਵਾਲੀਆਂ ਜਿਹੜੀਆਂ ਸੰਗਤਾਂ ਆਉਂਦੀਆਂ ਸੀਗੀਆਂ ਅਤੇ ਹੋਰ ਜਿੰਨੇ ਵੀ ਪ੍ਰੇਮੀ ਸੀਗੇ ਉਹਨਾਂ ਨੇ ਬਾਬਾ ਜਵਾਲਾ ਸਿੰਘ ਉਹਨਾਂ ਨੂੰ ਆਖਿਆ ਕਿ ਇੱਥੇ ਪਾਣੀ ਦੀ ਬੜੀ ਕਿੱਲਤ ਹੈਗੀ ਆ ਅਤੇ ਇਸ ਕਰਕੇ ਤੁਸੀਂ ਹੁਣ ਜਿੰਨੇ ਵੀ ਮਹਾਂਪੁਰਖ ਇੱਥੇ ਇਕੱਠੇ ਹੋਏ ਆ ਕਿਰਪਾ ਕਰੋ ਕਿ ਇੱਥੇ ਹੈ ਨਾ ਕੋਈ ਐਸਾ ਕੰਮ ਕਰੀਏ ਜਿਸ ਨਾਲ ਦੇ ਨਾਲ ਪਾਣੀ ਦਾ ਪ੍ਰਬੰਧ ਹੋ ਜਾਵੇ।
ਫਿਰ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਨੇ ਕਿਹਾ ਕਿ ਵੀ ਇਹ ਤਾਂ ਕੰਮ ਜਿਹੜਾ ਹੈ ਨਾ ਬਹੁਤ ਹੀ ਵੱਡੇ ਭਾਗਾਂ ਵਾਲਾ ਹੈਗਾ, ਬਹੁਤ ਉੱਤਮ ਜਿਹੜਾ ਹੈਗਾ ਇਹ ਕਾਰਜ ਹੈਗਾ। ਅਤੇ ਬਾਬਾ ਜਵਾਲਾ ਸਿੰਘ ਨੇ ਆਖਿਆ ਕਿ ਆਪਾਂ ਇਸ ਤਰ੍ਹਾਂ ਕਰਦੇ ਹਾਂ, ਇੱਥੇ ਇੱਕ ਹੈ ਨਾ ਪੱਕਾ ਪਰਮਾਨੈਂਟ ਵੱਡਾ ਜਿਹੜਾ ਹੈ ਨਾ ਖੂਹ ਬਣਾਉਂਦੇ ਆ, ਤਾਂ ਜੋ ਜਦੋਂ ਖੂਹ ਬਣ ਜਾਏਗਾ ਨਾ ਅਤੇ ਖੂਹ ਦੇ ਜਲ ਦੇ ਨਾਲ ਇਹ ਜਿਹੜੀ ਪਾਣੀ ਦੀ ਸਾਰੀ ਕਿੱਲਤ ਪੂਰੀ ਹੋ ਸਕਦੀ ਆ, ਕਿਉਂਕਿ ਇਹਦਾ ਜਲ ਫਿਰ ਲੰਗਰ ਲਈ ਵਰਤਿਆ ਜਾਣਾ, ਇਸ਼ਨਾਨ ਪਾਣੀ ਸਾਰੇ ਵਾਸਤੇ ਇਹ ਕੰਮ ਆਵੇਗਾ। ਜਦ ਬਾਬਾ ਜਵਾਲਾ ਸਿੰਘ ਨੇ ਸਾਰੀ ਸੰਗਤ ਨੂੰ ਇਹ ਗੱਲ ਦੱਸੀ ਸੀ, ਇਹ ਗੱਲ ਸੁਣ ਕੇ ਨਾ ਫਿਰ ਸੰਗਤ ਬੜੀ ਪ੍ਰਸੰਨ ਹੋਈ, ਪਰ ਕੋਲ ਸੰਤ ਬਾਬਾ ਚੰਦਾ ਸਿੰਘ ਜੀ ਬੈਠੇ ਸੀਗੇ। ਉਹਨਾਂ ਨੇ ਜਦ ਬਾਬਾ ਜਵਾਲਾ ਸਿੰਘਾਂ ਦੀ ਇਹ ਗੱਲ ਸੁਣੀ, ਉਹ ਕਹਿਣ ਲੱਗੇ ਕਿ ਦਰਅਸਲ ਗੱਲ ਇਹ ਹੈ ਕਿ ਇੱਥੇ ਦੀ ਜਿਹੜੀ ਹੈ ਨਾ ਧਰਤੀ ਹੈ ਜੰਡਸਰ ਇਲਾਕੇ ਦੀ, ਇਹ ਬੜੀ ਸਖਤ ਮਿੱਟੀ ਹੈ, ਅਤੇ ਇੰਨੀ ਸਖਤ ਮਿੱਟੀ 'ਤੇ ਖੂਹ ਲਾਉਣਾ ਜਿਹੜਾ ਹੈ ਨਾ ਉਹ ਬੜਾ ਕਠਿਨ ਹੈਗਾ। ਅਤੇ ਦੂਸਰੀ ਗੱਲ ਇਹ ਹੈਗੀ ਆ ਕਿ ਇਸ ਕਾਰਜ ਨੂੰ ਕਰਨ ਵਾਸਤੇ ਸਾਡੇ ਪਾਸ ਕੋਈ ਲੋੜੀਂਦੇ ਸਾਧਨ ਵੀ ਨਹੀਂ ਆ, ਅਤੇ ਨਾ ਸਾਡੇ ਪਾਸ ਜਿਹੜੇ ਇੰਨੇ ਕੋਈ ਮਜ਼ਦੂਰ ਹੈਗੇ ਆ, ਕੋਈ ਸੇਵਾਦਾਰ ਹੈਗੇ ਆ, ਅਤੇ ਨਾ ਸਾਡੇ ਪਾਸ ਮਾਇਆ ਹੈਗੀ ਆ। ਇਸ ਕਰਕੇ ਜਿਹੜਾ ਇਹ ਖੂਹ ਦੀ ਜਿਹੜੀ ਸੇਵਾ ਹੈ ਨਾ ਇਹ ਹੁਣ ਕੀਤੀ ਨਹੀਂ ਜਾ ਸਕਦੀ। ਪਰ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਆਖਿਆ ਸੀਗਾ ਕਿ ਦਰਅਸਲ ਗੱਲ ਇਹ ਹੈ ਕਿ ਇਹ ਜਿਹੜਾ ਕਾਰਜ ਹੈ ਕਿਸੇ ਬੰਦੇ ਦਾ ਨਹੀਂ ਹੈ, ਇਹ ਦਸ਼ਮੇਸ਼ ਪਿਤਾ ਦਾ ਆਪਣਾ ਕਾਰਜ ਹੈ, ਅਤੇ ਜਿਹਦਾ ਆਪਣਾ ਕਾਰਜ ਹੈ ਉਹ ਆਪੇ ਹੀ ਕਾਰਜ ਸਫਲ ਕਰੇਗਾ, ਆਪਾਂ ਇਹਦੇ ਬਾਰੇ ਕਿਉਂ ਚਿੰਤਾ ਕਰੀਏ। ਗੱਲ ਕੀ ਜਦ ਇਹ ਵਿਚਾਰ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਨੇ ਰੱਖੀ ਸੀਗੀ, ਫਿਰ ਅਗਲਾ ਦਿਨ ਜਿਹੜਾ ਹੈ ਨਾ ਬੁੱਧਵਾਰ ਦਾ ਸੀਗਾ, ਅਤੇ ਮਹਾਂਪੁਰਖਾਂ ਨੇ ਬਾਕੀ ਜਿਹੜੇ ਮਹਾਂਪੁਰਖ ਸੀ ਉਹਨਾਂ ਨਾਲ ਸਲਾਹ ਕੀਤੀ ਕਿ ਸਵੇਰੇ ਬੁੱਧਵਾਰ ਹੈਗਾ, ਇਸ ਬੁੱਧਵਾਰ ਵਾਲੇ ਦਿਨ ਹੈ ਨਾ ਆਪਾਂ ਜੋ ਵਿਧੀ ਵਿਧਾਨ ਨਿਯਮ ਅਨੁਸਾਰ ਹੈ ਨਾ ਇਸ ਜਗ੍ਹਾ ਦੇ ਉੱਤੇ ਖੂਹ ਦਾ ਟੱਕ ਲਾਵਾਂਗੇ। ਸੋ ਜਦ ਇਹ ਜਿਹੜੀ ਵਿਚਾਰ ਸੀ ਸਾਰਿਆਂ ਨੇ ਜਿਹੜੀ ਸੀ ਬੜੀ ਖੁਸ਼ੀ ਨਾਲ ਪ੍ਰਵਾਨ ਕੀਤੀ। ਫਿਰ ਉਸ ਰਾਤ ਜਿਸ ਜਗ੍ਹਾ ਟੱਕ ਲਾਉਣਾ ਸੀ ਹੈ ਨਾ ਬਾਬਾ ਜਵਾਲਾ ਸਿੰਘ ਜੀ ਸਾਰੀ ਰਾਤ ਬੈਠੇ ਉੱਥੇ ਚੌਂਕੜਾ ਮਾਰ ਕੇ ਸਿਮਰਨ ਕਰਦੇ ਰਹੇ ਆ। ਜਦ ਸਿਮਰਨ ਕਰਦੇ ਰਹੇ ਆ, ਜਦ ਸਵੇਰ ਦੇ ਹੈ ਨਾ 10 ਵਜੇ ਆ, 10 ਵਜੇ ਤੋਂ ਪਹਿਲਾਂ ਹੈ ਨਾ ਮਹਾਂਪੁਰਖਾਂ ਨੇ ਪ੍ਰਸ਼ਾਦ ਤਿਆਰ ਕੀਤਾ। ਪ੍ਰਸ਼ਾਦ ਤਿਆਰ ਕਰਕੇ ਫਿਰ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਸੀਗਾ ਉਹ ਪ੍ਰਕਾਸ਼ ਕਰਕੇ ਉਹ ਤੋਂ ਖੂਹ ਦੇ ਪ੍ਰਤੀ ਜਦ ਮਹਾਂਵਾਕ ਲਿਆ ਹੈਗਾ, ਇਸ ਵਾਕ ਦੇ ਵਿੱਚ ਜੋ ਵਿਚਾਰ ਅਕਾਲ ਪੁਰਖ ਵੱਲੋਂ ਸਾਰੀ ਸੰਗਤ ਵਾਸਤੇ ਆਈ ਸੀ, ਉਹ ਸ਼ਬਦ ਇਹ ਆਇਆ ਸੀਗਾ ਕਿ ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਵਿਚਾਰਾ ਰਾ। ਜਦ ਇਹ ਗੁਰਬਾਕ ਆਇਆ ਸੀਗਾ ਅਤੇ ਸਾਰੀ ਸੰਗਤ ਦੇ ਮਹਾਂਪੁਰਖਾਂ ਨੂੰ ਪਤਾ ਲੱਗਿਆ ਸੀਗਾ ਕਿ ਇਹ ਕਾਰਜ ਤਾਂ ਆਪ ਕਲਗੀਧਰ ਮਹਾਰਾਜ ਦਾ ਹੈਗਾ, ਸੋ ਚਿੰਤਾ ਕਰਨ ਦੀ ਕੀ ਲੋੜ ਹੈ। ਸੋ ਇਸ ਤੋਂ ਬਾਅਦ ਫਿਰ ਅਰਦਾਸਾ ਸੋਧਿਆ ਗਿਆ, ਅਰਦਾਸਾ ਸੋਧ ਕੇ ਦੇਗ ਵਰਤਾਈ ਗਈ। ਇਸ ਦੇ ਦੇਗ ਤੋਂ ਬਾਅਦ ਫਿਰ ਇਹਦੇ ਵਿੱਚ ਬਾਬਾ ਚੰਦਾ ਸਿੰਘ ਹੋਣਾ ਨੇ ਤੇ ਇੱਕ ਟੱਕ ਲਾਇਆ, ਉਸ ਤੋਂ ਬਾਅਦ ਬਾਬਾ ਜਵਾਲਾ ਸਿੰਘ ਜੀ ਆਏ, ਫਿਰ ਸੰਤ ਘੜ ਸਿੰਘ ਹੋਣਾ ਨੇ ਵੀ ਇੱਕ ਟੱਕ ਲਾਇਆ, ਫਿਰ ਸੰਤ ਕਿਸ਼ਨ ਸਿੰਘ ਹੋਣਾ ਨੇ ਵੀ ਇੱਕ ਟੱਕ ਲਾਇਆ, ਤੇ ਫਿਰ ਸੰਤ ਜਿਹੜੇ ਹਨ ਚੰਚਲ ਸਿੰਘ ਸੀ ਉਹਨਾਂ ਨੇ ਵੀ ਇੱਕ ਟੱਕ ਲਾਇਆ। ਇਹ ਪੰਜਵਾਂ ਪੁਰਖਾਂ ਨੇ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਜਦ 5 ਟੱਕ ਲਾਏ ਆ, ਇਸ 5 ਟੱਕ ਲਾਉਣ ਤੋਂ ਬਾਅਦ ਨਾ ਫਿਰ ਜਿੰਨੀ ਵਾਲੀ ਸੰਗਤ ਸੀਗੀ ਉਹ ਸਾਰੀ ਸੰਗਤ ਨੇ ਫਿਰ ਹੈ ਨਾ ਇਸ ਕਾਰਜ ਦੇ ਵਾਸਤੇ ਜਿਹੜੀ ਸੀ ਆਪਣੀ ਖੁੱਲ੍ਹੀ ਸੇਵਾ ਦੇਣ ਵਾਸਤੇ ਮਹਾਂਪੁਰਖ ਨੂੰ ਜਿਹੜੇ ਸੀਗੇ ਉਹ ਬਚਨ ਦਿੱਤੇ। ਉਹਦੇ ਵਾਸਤੇ ਬਹੁਤ ਸਾਰੀ ਮਾਇਆ ਵੀ ਜਿਹੜੀ ਉਹਨਾਂ ਟਾਈਮਾਂ ਵਿੱਚ ਇਕੱਠੀ ਹੋਈ ਆ, ਅਤੇ ਹੋਰ ਵੀ ਕਈ ਪ੍ਰੇਮੀਆਂ ਨੇ ਕਿਹਾ ਹੈਗਾ ਕਿ ਅਸੀਂ ਇਸ ਕਾਰਜ ਦੇ ਵਾਸਤੇ ਵੱਧ ਚੜ੍ਹ ਕੇ ਸੇਵਾ ਵਿੱਚ ਹਿੱਸਾ ਲਵਾਂਗੇ। ਸੋ ਉਸ ਤੋਂ ਬਾਅਦ ਜਦ ਫਿਰ ਇਹ ਜਿਹੜਾ ਖੂਹ ਸੀਗੀ ਇਹਦੀ ਜਿਹੜੀ ਪਟਾਈ ਸ਼ੁਰੂ ਹੋਈ ਆ, ਉਸ ਤੋਂ ਬਾਅਦ ਜਦ ਇਹ ਖੂਹ ਸੰਪੂਰਨ ਹੋਇਆ ਹੈਗਾ, ਇਹਦਾ ਜਲ ਜਿਹੜਾ ਸੀਗਾ ਬੜਾ ਸੁੰਦਰ ਅਤੇ ਮਿੱਠਾ ਨਿਕਲਿਆ ਹੈਗਾ, ਜਿਹਦੇ ਨਾਲ ਇਹ ਜਿਹੜੀ ਸਾਰੀ ਮੰਗ ਸੀ ਨਾ ਸੰਗਤਾਂ ਦੀ ਵੀ ਪਾਣੀ ਦੀ ਕਿੱਲਤ ਹੈਗੀ ਆ, ਇਹ ਸਾਰੀ ਪੂਰੀ ਹੋ ਗਈ ਸੀਗੀ। ਇਸ ਤਰ੍ਹਾਂ ਸੰਤ ਬਾਬਾ ਜਵਾਲਾ ਸਿੰਘ ਜੀ ਇੱਕ ਵਾਰ ਜਦ ਆਪਣੇ ਅਸਥਾਨ ਦੇ ਉੱਤੇ ਹਰਖਵਾਲ ਬੈਠੇ ਸੀਗੇ, ਅਤੇ ਉਹਦੇ ਵਿੱਚੋਂ ਹੈ ਨਾ ਇੱਕ ਵਾਰ ਇੱਕ ਮੁਸਲਮਾਨ ਜਿਹੜਾ ਆਪਣੇ ਆਪ ਨੂੰ ਪੀਰ ਸਦਾਉਂਦਾ ਸੀਗਾ, ਅਤੇ ਜਿਹੜਾ ਇਹ ਮੁਸਲਮਾਨੀ ਲਿਬਾਸ ਦੇ ਵਿੱਚ ਜਿੰਨੇ ਹਰੇ ਕੱਪੜੇ ਪਾਏ ਸੀਗੇ, ਹੱਥ 'ਚ ਵਿੱਚ ਚਿੱਪੀ ਵੀ ਫੜੀ ਸੀ, ਮਾਲਾ ਫੜੀ ਸੀ, ਆਪਣੇ ਜਿਹੜੇ ਬਾਲ ਘੁੰਘਰਾਲੇ ਸੀ ਉਹ ਪਿੱਛੇ ਨੂੰ ਜਿਹੜੇ ਛੱਡੇ ਹੋਏ ਸੀਗੇ, ਅਤੇ ਇਸ ਤਰ੍ਹਾਂ ਦਾ ਭੇਸ ਬਣਾਇਆ ਹੋਇਆ ਸੀਗਾ ਨਾ, ਅਤੇ ਉਹ ਬਾਬਾ ਜਵਾਲਾ ਸਿੰਘ ਜੀ ਦੇ ਸਾਹਮਣੇ ਆ ਗਿਆ। ਜਦ ਆਇਆ ਤਾਂ ਉਹਨੇ ਹੈ ਨਾ ਬਾਬਾ ਜਵਾਲਾ ਸਿੰਘ ਨੂੰ ਆਉਂਦਿਆਂ ਸਾਰ ਜਿਹੜਾ ਸੀਗਾ ਉਹ ਸਲਾਮ ਅਲੈਕਮ ਕਹਿ ਕੇ ਹੈ ਨਾ ਆਪਣੀ ਜਿਹੜੀ ਸੀ ਜੋ ਨਮਸਕਾਰ ਕੀਤੀ ਆ, ਜਾਂ ਨਮਸਕਾਰ ਕੀਤੀ ਆ, ਅਤੇ ਇਹਦੇ ਉੱਤਰ ਦੇ ਵਿੱਚ ਫਿਰ ਬਾਬਾ ਜਵਾਲਾ ਸਿੰਘ ਹੋਣਾ ਨੇ ਉਸ ਮੁਸਲਮਾਨ ਨੂੰ ਕਿਹਾ ਹੈ ਕਿ ਪਦਵਰਗਾਰ ਕੋ ਜਿਹੜੀ ਹੈ ਨਾ ਸਭ ਕੀ ਸਲਾਮ ਹੈ। ਜਦ ਮਹਾਂਪੁਰਖਾਂ ਨੇ ਕਿਹਾ ਕਿ ਪਦਵਰਗਾਰ ਕੋ ਸਭ ਕੀ ਸਲਾਮ ਹੈ, ਫਿਰ ਉਹ ਮੁਸਲਮਾਨ ਬਾਬਾ ਜਵਾਲਾ ਸਿੰਘ ਹੋਣਾ ਨੂੰ ਕਹਿਣ ਲੱਗਾ ਕਿ ਕੀ ਤੁਸੀਂ ਗੁਰੂ ਨਾਨਕ ਦੇ ਦਰਵੇਸ਼ ਹੋ। ਜਦ ਇਹ ਜਿਹੜਾ ਹੈ ਨਾ ਪਹਿਲਾ ਸਵਾਲ ਸੀ ਉਸ ਮੁਸਲਮਾਨ ਜਿਹੜਾ ਆਪਣੇ ਪੀਰ ਕਹਾਉਂਦਾ ਸੀਗਾ ਉਹਨੇ ਜਿਹੜਾ ਸੀਗਾ ਇਹ ਕੀਤਾ, ਤਾਂ ਫਿਰ ਬਾਬਾ ਜਵਾਲਾ ਸਿੰਘ ਜੀ ਹੁਣੀ ਕਹਿਣ ਲੱਗੇ, ਕਹਿੰਦੇ ਵੀ ਭਾਈ ਦਰਵੇਸ਼ ਜਿਹੜਾ ਹੈ ਨਾ ਜੋ ਲਫ਼ਜ਼ ਹੈਗਾ ਇਹ ਅਸੀਂ ਤਾਂ ਨਹੀਂ ਜਾਣਦੇ, ਪਰ ਜਿੰਨੇ ਵੀ ਲੋਕੀ ਹੈ ਨਾ ਉਹ ਸਾਨੂੰ ਦਰਵੇਸ਼ ਕਹਿੰਦੇ ਆ। ਪਰ ਫਿਰ ਵੀ ਫਕੀਰ ਨੇ ਸੁਣਿਆ ਕਿ ਸਾਨੂੰ ਇਹ ਦੱਸੋ ਵੀ ਦਰਵੇਸ਼ ਕੀ ਹੁੰਦਾ ਹੈਗਾ।
पर महापुरखा ने फिर भी वो गल सुन के ये जवाब दिता है कि जिन्ना क असीं जाणदे उन्ना क तुहानूं दस सकदे हां कि दरवेश जानी कि जिहड़ा है ना वो हुंदा हैगा जिहड़ा साईं दे दर दे विच वेश कर देवे, प्रवेश कर देवे। भाव की आ दर ते वेश के दर दे विच प्रवेश करना है ना, ये दरवेश कहंदा हैगा। जद ये जिहड़ा सी जवाब बाबा ज्वाला सिंह हुणां ने उस मुसलमान पीर नूं दित्ता, सुण के बड़ा तंग होया। फिर उन्हें दूसरा सवाल किया कि पखीर किहनूं कहिंदे आ। तो फिर बाबा जी ने कहा कि पखीर का भाव तो इहो ही हैगा कि फाके नूं सहारना, भाव कि जिहड़ा बंदा संतोखी होवे वो पखीर कहाउंदा हैगा, जां वो आदमी जिहड़ा संसार नूं फनाह समझदा हैगा वो पखीर कहाउंदा हैगा। जद इस तरह के जिहड़े सी वो बचन करके बाबा ज्वाला सिंह हुणां ने उस मुसलमान पीर की काफ़ी निशा कर दी है। तो फिर वो कहण लगा, कहंदा भी तुसीं मैनूं ये दसो कि तुहानूं अज तक जिहड़ी है ना किन्नियां करामातां हासिल होईयां है, अपनियां करामातां बारे दसो कि तुहानूं किन्नी ताकत जां किन्नियां करामातां जिहड़ियां हासिल होईयां है। तो फिर बाबा ज्वाला सिंह कहण लगे, कहंदे भी गुरु नानक दे घर दे विच जिहड़ी करामात हुंदी, कहर दा नाम हुंदा हैगा। करामात आप देखनी जां दिखाउणी जिहड़ी है ना गुरु घर दे विच मना हैगी आ। जद ये गल हुई तो फिर जिहड़ा मुसलमान पीर सी संतां नूं कहण लगा कि फिर अगर करामात ही नहीं है तुहाडे घर दे विच ते तुसीं कहंदे एवें घर छड्ड के बैठे हो, फिर अपने घर क्यों नहीं रहिंदे है। कहंदे सानूं तो इस तरह लगदा कि जिवें तुसीं सुन्न मसुन्ने हो, बिना करामात तो खाली हो, इस तरह असीं गुरु नानक दा जिहड़ा ना घर वा वो भी सुन्न मसुन्ना ते करामातां तो खाली मनदे आ। जद ये गल हुई है तो फिर महापुरख बाबा ज्वाला सिंह जी जदों जिहड़ी सी ओहदी ये गल जिहड़ी पीर दी सुण के रोह विच आ गए। तो फिर पीर नूं कहण लगे कि तुसीं मैनूं ये दस कि तेरे को किहड़ियां करामातां हैगियां, किन्नियां करामातां हैगियां। जद ये गल होई पीर कहण लगा, कहंदा भी जे तुसीं मेरी करामात देखणी आ तो फिर इत्थे देखण दे नालों फिर मैं तुहानूं जंगल च लै चलदा, उत्थे मैं तुहानूं अपनी खुल के करामात दिखाऊंगा तो मैं दिखा लूँगा भी मेरी ताकत किन्नी भारी है। ये कह के वो फकीर बाबा ज्वाला सिंह हुणां नूं जिहड़ा सीगा वो जंगल वल लै गया तो बाबा ज्वाला सिंह दे नाल कुछ सिंह भी नाल चले गए। जद गए तो एक जगह जा बैठ के उस पीर ने जिहड़ा सीगा वो अपना चौंकड़ा लाया, उहदे विच उहने अपनी जिहड़ियां कलामां पढ़नियां शुरू कीतियां। उस कलामां पढ़न तो बाद उत्थे जिहड़ा की देखिया कि उत्थे है ना बहुत ही एक जिहड़ा भयानक प्रेत जिहड़ा सीगा वो प्रगट हो गया उहदी कलामां तो बाद। जद प्रगट होया तो उस प्रेत ने बड़ा जिहड़ा है ना खौरू पाउणा शुरू कर दिता। जद खौरू पाउणा शुरू किया तो उस फिर पीर ने आख्या कि आ जिहड़ा है ना प्रेत हैगा ये 52 वीरां विचों एक वीर हैगा तो इस दे विच इन्नी शक्ति है कि शहरां दे शहर कल्ला ही फनाह कर सकदा हैगा। जद ये गल हुई तो बाबा ज्वाला सिंह कहण लगे बस इक्को ही प्रेत आ, होर कोई तेरे अंदर कोई करामात है तो दिखाओ। फिर मुसलमान कहण लगा कि एक प्रेत दे विच इन्नी शक्ति हैगी आ, होर की करना है, इक्को ही प्रेत नूं बस करन वास्ते मैं जिहड़े है ना कई साल अपनी जिंदगी दे जिहड़े हैगे इत्थे खर्च कर दित्ते आ ते इह तों वड्डी होर की गल हो सकदी है। तो फिर बाबा ज्वाला सिंह कहण लगे कि तूं तां सारी उम्र एक प्रेत नूं प्रगट करन वास्ते खर्च कर दित्ती है, असीं तैनूं गुरु नानक दे घर दे दर्शन कराउंदे हैं कि गुरु नानक दे घर दे विच की है जिस घर नूं तूं खाली जिहड़ा है ना वो समझदा है कि जिहड़ा घर खाली है सुन्न मसुन्ना है। ये कहंदियां सारी बाबा ज्वाला सिंह हुणां ने जो ही जिहड़ा सीगा वो अंतर ध्यान हो के जद अखां मीटियां तो की देखिया पूरे काश दे अंदर जिहड़ी सीगी एक ऐसी सृष्टि जिहड़ी सी उस मुसलमान पीर ने देखी कि जिहदे विच काली बोड़ी जिहड़ी सीगी वो हनेरी वांगू बहुत सारियां आवाज़ां आउणियां शुरू हो गईयां। उस आवाज़ां विच भी उन्हें की देखा कि कई गोरखनाथ वर्गे जिहड़े चेले जिहड़े समाधियां ला के बैठे आ, बड़े बड़े दैंत राखश जिहड़े आ ते होर भी जिन्ने ऋषि मुनि हैगे आ, जोग जोगणियां भूत प्रेत कोई अंत नहीं आ रहा। जदों पीर ने यह सारा दृश्य देखिया है ना देखदे सारी पूरी तरह भयभीत हो गया तो हो के संत बाबा ज्वाला सिंह हुणां दे चरनां विच पै गया ते पैंदा पैंदा वो कहण लगा कि मैनूं बख्श लो, मैनूं नहीं पता कि गुरु नानक दे घर दे विच एडा भारा सारा कुछ हैगा, ये सारी जिहड़ी है खेड हैगी ये सारी सृष्टि नूं तुसीं संकोच लवो। अगर ये सृष्टि जिहड़ी आ जिहड़ी इन्नी भारी हैगी अगर मेरे को आ गई तो मैं मर भी सकदा हैगा। सो उहदी गल सुन के फिर बाबा ज्वाला सिंह हुणां ने ये जिहड़ी जो अदृश्य शक्तियां दी जो सृष्टि सीगी है ना इहनूं फिर रोक दिता। जद रोक दिता फिर वो मुसलमान पीर ने संत बाबा ज्वाला सिंह दे चरनां विच 3 ਲੱਖ दे नाल जिहड़ियां उन्हां टाइमां 'च लकीरां कड्ढियां ते नाल जिहड़ी अपनी तौबा कीती इहदे विच ये आख्या कि मैं अगे तो कदी भी गुरु नानक दे घर दे नाल है ना कदी मत्था नहीं लावांगा। ये कह के वो पीर जिहड़ा सी अपनी भुल बख्शा के फिर उत्थों चले गया। इस तरह एक घटना जिहड़ी है ना 1934 दी आ। इस घटना दे विच एक सुंदर सिंह नां दा नौजवान सीगा।
ਇਹਦਾ ਰੰਗ ਗੋਰਾ ਸੀਗਾ, ਕੱਦ ਇਹਦਾ ਤਕਰੀਬਨ 6 ਫੁੱਟ ਤੋਂ ਵੀ ਉੱਚਾ ਸੀਗਾ ਤੇ ਇਹ ਆਪਣੇ ਆਪ ਨੂੰ ਹੈ ਨਾ ਉੱਚ ਡਿਗਰੀ ਵਾਲਾ ਡਾਕਟਰ ਕਹਾਉਂਦਾ ਸੀਗਾ, ਜਦ ਕਿ ਇਹਨੇ ਨਾ ਜਿਹੜੀ MBBS ਪਾਸ ਕੀਤੀ ਸੀਗੀ। ਦਰਅਸਲ ਗੱਲ ਇਹ ਸੀ ਕਿ ਇਹ ਜਿਹੜਾ ਜੋ ਸ਼ਖਸ ਸੀਗਾ ਹੈ ਨਾ ਇਹ ਕਿਸੇ ਉੱਚ ਡਿਗਰੀ ਵਾਲੇ ਡਾਕਟਰ ਦੇ ਕੋਲ ਜਿਹੜਾ ਸੀ ਇਹ ਕੰਪਾਊਂਡਰੀ ਦਾ ਕੰਮ ਕਰਦਾ ਸੀਗਾ ਤੇ ਇਸ ਨੂੰ ਕੰਮ ਕਰਦੇ ਕਰਦੇ ਜਿਹੜਾ ਸੀਗਾ ਇਹ ਕਾਫੀ ਦਵਾਈਆਂ ਦਾ ਜਿਹੜਾ ਸੀਗਾ ਉਹ ਜਾਣਕਾਰੀ ਹੋ ਗਈ। ਉਸ ਤੋਂ ਬਾਅਦ ਫਿਰ ਇਹਦੇ ਨਾਲ ਇਹ ਜਿਹੜਾ ਸੀਗਾ ਇਹਦੀ ਟੀਕੇ ਲਾਉਣ ਦੇ ਵਿੱਚ ਵੀ ਹੈ ਨਾ ਕਾਫੀ ਜਿਹੜੀ ਸੀ ਪ੍ਰੈਕਟਿਸ ਹੋ ਗਈ ਸੀ। ਤੇ ਜਦ ਇਹ ਇਸ ਤਰ੍ਹਾਂ ਦਾ ਜਿਹੜਾ ਹੈ ਇਹ ਕੰਪਿਊਟਰ ਜਿਹੜਾ ਸੀਗਾ ਆਪਣੇ ਆਪ ਨੂੰ ਬਾਹਰ ਆ ਕੇ ਵੱਡਾ ਡਾਕਟਰ ਕਹਾਉਣ ਲੱਗਾ ਤੇ ਜਦੋਂ ਇਹ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਮਹਾਂਪੁਰਖਾਂ ਦੇ ਡੇਰੇ ਹਰਖੋਵਾਲ ਪਹੁੰਚਾ, ਇਹਨੇ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਇਹ ਆਖਿਆ ਹੈਗਾ ਕਿ ਮੈਂ ਸੰਤ ਬਾਬਾ ਆਇਆ ਸਿੰਘ ਹੁਣਾਂ ਦਾ ਸੇਵਕ ਹੈਗਾ ਤੇ ਇਹਦੇ ਨਾਲ ਹੀ ਹੈ ਨਾ ਮੈਂ ਡਾਕਟਰੀ ਪੇਸ਼ੇ ਵਿੱਚ ਬੜਾ ਮਾਹਰ ਹੈਗਾ। ਉਹਦੀ ਇਹ ਗੱਲ ਸੁਣ ਕੇ ਹੈ ਨਾ ਤਾਂ ਬਾਬਾ ਜਵਾਲਾ ਸਿੰਘ ਜੀ ਚੁੱਪ ਰਹੇ, ਪਰ ਨਾਲ ਕਹਿਣ ਲੱਗੇ ਕਿ ਅਗਰ ਤੂੰ ਸੰਤ ਬਾਬਾ ਆਇਆ ਸਿੰਘ ਦਾ ਆਪਣੇ ਆਪ ਨੂੰ ਸੇਵਕ ਹੁੰਦਾ, ਡਾਕਟਰੀ 'ਚ ਮਾਹਰ ਆ, ਤਾਂ ਭਾਈ ਤੇਰਾ ਇਸ ਘਰ ਦੇ ਵਿੱਚ ਹੈ ਨਾ ਬਹੁਤ ਭਰਾ ਸਵਾਗਤ ਹੈਗਾ, ਜੀ ਆਇਆਂ ਨੂੰ, ਸਾਨੂੰ ਤੇਰਾ ਆਉਣਾ ਜਿਹੜਾ ਹੈ ਨਾ ਬਹੁਤ ਹੀ ਵਧੀਆ ਲੱਗਾ ਹੈਗਾ। ਇਹ ਕਿ ਕਹਿ ਕੇ ਨਾ ਸੰਤ ਬਾਬਾ ਜਵਾਲਾ ਸਿੰਘ ਜੀ ਜਿਹੜੇ ਫਿਰ ਚੁੱਪ ਕਰ ਗਏ। ਉਸ ਤੋਂ ਬਾਅਦ ਜਦ ਸ਼ਾਮ ਨੂੰ ਜਦ ਸੰਗਤ ਦਾ ਟਾਈਮ ਹੁੰਦਾ ਜਿਸ ਦੇ ਵਿੱਚ ਸੰਤ ਬਾਬਾ ਜਵਾਲਾ ਸਿੰਘ ਜੀ ਆਪਣੇ ਆਲੇ ਦੁਆਲੇ ਦੇ ਜਿੰਨੇ ਪ੍ਰੇਮੀ ਹੁੰਦੇ ਹਨ ਉਹਨਾਂ ਨੂੰ ਬਚਨ ਸੁਣਾਉਂਦੇ ਹੁੰਦੇ ਸੀ ਗੁਰਬਾਣੀ ਦੇ। ਉਹਨਾਂ ਬਚਨਾਂ ਦੇ ਵਿੱਚ ਨਾ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਨੇ ਜਦੋਂ ਦਾ ਉਹ ਸੁੰਦਰ ਸਿੰਘ ਜਿਹੜਾ ਸੀਗਾ ਉਹ ਆਪਣੇ ਆਪ ਨੂੰ ਡਾਕਟਰ ਕਹਾਉਣ ਵਾਲਾ ਆਇਆ, ਉਹਦੇ ਵਿੱਚ ਆਪਣੇ ਜਿਹੜੇ ਪ੍ਰਵਚਨ ਸੀ ਇਸ ਤਰ੍ਹਾਂ ਕਹਿਣੇ ਸ਼ੁਰੂ ਕਰ ਦਿੱਤੇ ਵੀ ਭਾਈ ਜਿਹੜਾ ਕਰੋਧੀ ਆਦਮੀ ਹੁੰਦਾ ਹੈ ਨਾ, ਜਿਹੜਾ ਕਰੋਧੀ ਆਦਮੀ ਹੁੰਦਾ ਉਹਨੂੰ ਦੇਖ ਕੇ ਸੰਗਤ ਚੁੱਪ ਕਰ ਜਾਂਦੀ ਆ ਤੇ ਜਿਹੜਾ ਲੋਭੀ ਹੁੰਦਾ ਹੈਗਾ ਉਹਨੂੰ ਦੇਖ ਕੇ ਜਿਹੜੀ ਸੰਗਤ ਹੈਗੀ ਉਹਦਾ ਘੱਟ ਖਿਆਲ ਕਰਦੀ ਹੈ। ਇਸੇ ਤਰ੍ਹਾਂ ਜਿਹੜਾ ਹੰਕਾਰੀ ਹੁੰਦਾ ਹੈਗਾ ਜਾਂ ਲੋਭੀ ਜਾਂ ਕਾਮੀ ਹੁੰਦਾ ਹੈਗਾ ਉਹਦੀ ਜਿਹੜੀ ਹੈ ਨਾ ਸੰਗਤ ਹੈਗੀ ਆ ਉਹ ਇੰਨਾ ਆਦਰ ਨਹੀਂ ਕਰਦੀ, ਮਨ ਹੀ ਮਨ ਬੜਾ ਨਿਰਾਦਰ ਰੱਖਦੀ ਆ। ਤੇ ਇਹੋ ਜਿਹੜੇ ਸ਼ਖਸ ਆ ਜਿਹੜੇ ਮੋਹੀ ਵੀ ਹੁੰਦੇ ਆ ਤੇ ਕਾਮ ਕ੍ਰੋਧ ਦੇ ਵਿੱਚ ਫਸੇ ਵੀ ਹੁੰਦੇ ਹੈ ਨਾ, ਇਹ ਜਿਉਂਦੇ ਜੀ ਵੀ ਜਿਹੜਾ ਹੈ ਨਾ ਆਪਣੇ ਆਪ ਨੂੰ ਜਿੰਨਾ ਕੋਈ ਮਰਜ਼ੀ ਉੱਚਾ ਦੱਸਣ ਪਰ ਅਸਲ ਦੇ ਵਿੱਚ ਇਹ ਮੁਰਦਿਆਂ ਦੇ ਸਮਾਨ ਹੁੰਦੇ ਆ। ਤੇ ਜਦ ਸਮਾਂ ਆਉਂਦਾ ਇਹਨਾਂ ਦਾ ਅੰਤ ਸਮਾਂ ਫਿਰ ਇਹ ਕੁੰਭੀ ਨਰਕ ਦੇ ਵਿੱਚ ਹੈ ਨਾ ਸੜ ਕੇ ਉੱਥੇ ਫਿਰ ਸਜ਼ਾ ਭੁਗਤਦੇ ਆ। ਜਦ ਮਹਾਂਪੁਰਖਾਂ ਦੇ ਇਸ ਤਰ੍ਹਾਂ ਦੇ ਉਪਦੇਸ਼ ਇਹ ਸੁੰਦਰ ਸਿੰਘ ਜਿਹੜਾ ਡਾਕਟਰ ਇਹ ਵੀ ਸੁਣਦਾ, ਪਰ ਸਾਰੇ ਸੁਣ ਕੇ ਨਾ ਇੱਕ ਕੰਨ ਥਾਣੀ ਸੁਣ ਕੇ ਦੂਜੇ ਕੰਨ ਥਾਣੀ ਜਿਹੜਾ ਬਾਹਰ ਕੱਢ ਸਕਦਾ, ਕਿਉਂਕਿ ਇਹ ਸੁੰਦਰ ਸਿੰਘ ਦੇ ਵਿੱਚ ਹੈ ਨਾ ਇਹ ਸਾਰੇ ਜਿਹੜੇ ਐਬ ਸੀ। ਕਿਉਂਕਿ ਸੁੰਦਰ ਸਿੰਘ ਜਿਹੜੇ ਸੀ ਕਰੋਧੀ, ਲੋਭੀ, ਹੰਕਾਰੀ, ਮੋਹੀ ਤੇ ਕਾਮੀ ਵੀ ਜਿਹੜੇ ਸੀਗੇ। ਸੋ ਇੰਨੇ ਬਚਨ ਸੁਣਨ ਦੇ ਬਾਵਜੂਦ ਵੀ ਹੈ ਨਾ ਇਹਨਾਂ ਦੀ ਸਿਹਤ ਦੇ ਉੱਤੇ ਜਾਂ ਇਹਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਪੈਂਦਾ, ਜਾਂ ਇਉਂ ਕਹਿ ਲਓ ਕਿ ਜਿਵੇਂ ਸੱਪ ਜਿਹੜੇ ਚੰਦਨ ਨੂੰ ਵੀ ਭਾਵੇਂ ਲਿਪਟ ਜਾਣ ਪਰ ਉਹ ਆਪਣੀ ਜ਼ਹਿਰ ਨਹੀਂ ਛੱਡਦੇ। ਇਸ ਤਰ੍ਹਾਂ ਇਸ ਸੁੰਦਰ ਸਿੰਘ ਮਹਾਂਪੁਰਖਾਂ ਦੇ ਬਚਨ ਸੁਣ ਕੇ ਵੀ ਹੈ ਨਾ ਇਹ ਜਿਹੜੇ ਰਸ ਸੀਗੇ ਦੁਨਿਆਵੀ, ਇਹ ਮਹਾਂ ਜੋ ਵਿਕਾਰੀ ਰਸ ਸੀਗੇ, ਇਹਨਾਂ ਰਸਾਂ ਕਸਾਂ ਦੇ ਵਿੱਚ ਜਿਹੜਾ ਸੀ ਉਹ ਫਸਿਆ ਰਿਹਾ। ਸਮਾਂ ਆ ਕੇ ਇੱਕ ਵਾਰੀ ਕੀ ਹੋਇਆ ਕਿ ਇਹੋ ਹੀ ਡਾਕਟਰ ਹੈ ਨਾ ਪਿੰਡ ਜਾਗਣੀ ਵਾਲੀ ਇੱਕ ਚੋਅ ਦੇ ਕੰਢੇ ਉੱਤੇ ਆਪਣੀ ਕੁਟੀਆ ਬਣਾ ਕੇ ਬੈਠ ਗਿਆ। ਜਦ ਕੁਟੀਆ ਬਣਾ ਕੇ ਬੈਠ ਗਿਆ ਤੇ ਹੌਲੀ ਹੌਲੀ ਉਹਦੇ ਜਿਹੜੇ ਐਬ ਸੀਗੇ ਹੈ ਨਾ ਜੋ ਉਹ ਕੰਮ ਕਰਦਾ ਸੀਗਾ ਇਸ ਧਰਮ ਦੀ ਚੋਲੇ ਦੇ ਅੰਦਰ, ਇਸ ਸਾਧੂ ਲਿਬਾਸ ਦੇ ਵਿੱਚ, ਉਹ ਹੌਲੀ ਹੌਲੀ ਜਿਹੜੇ ਸੀ ਲੋਕਾਂ 'ਚ ਪ੍ਰਗਟ ਹੋਣੇ ਸ਼ੁਰੂ ਕੀਤੇ। ਜਦ ਪ੍ਰਗਟ ਹੋਣੇ ਸ਼ੁਰੂ ਹੋਏ ਤੇ ਇਹਦੀ ਫਿਰ ਜਿਹੜੀ ਹੈ ਨਾ ਨਿੰਦਿਆ ਸੀਗੀ ਆਲੇ ਦੁਆਲੇ ਪਿੰਡਾਂ ਵਿੱਚ ਵੀ ਹੋਣੀ ਸ਼ੁਰੂ ਹੋ ਗਈ। ਜਦ ਪਿੰਡਾਂ 'ਚ ਹੋਣੀ ਸ਼ੁਰੂ ਹੋ ਗਈ ਤੇ ਇੱਕ ਵਾਰੀ ਭਾਈ ਗੁਰਬਚਨ ਸਿੰਘ ਜੀ ਜਿਹੜੇ ਸੁੰਨੀ ਪਿੰਡ ਦੇ ਸੀਗੇ ਹੈ ਨਾ, ਇਹ ਇੱਕ ਵਾਰੀ ਸੰਤ ਬਾਬਾ ਦਲੀਪ ਸਿੰਘ ਹੁਣਾਂ ਦੇ ਪਾਸ ਜਿਹੜੇ ਸੀ ਕਿਸੇ ਕਾਰਜ ਵਾਸਤੇ ਪਹੁੰਚੇ। ਤੇ ਭਾਈ ਗੁਰਬਚਨ ਸਿੰਘ ਜੀ ਇਹ ਘੋੜਿਆਂ ਦੀ ਸੇਵਾ ਕਰਦੇ ਹੁੰਦੇ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਦੇ ਟਾਈਮ। ਜਦ ਇਹ ਸੁੰਨੀ ਪਿੰਡ ਸੰਤ ਦਲੀਪ ਸਿੰਘ ਜੀ ਪਾਸ ਪਹੁੰਚੇ ਤੇ ਸੰਤ ਦਲੀਪ ਸਿੰਘ ਜੀ ਨੇ ਇਹਨਾਂ ਨੂੰ ਭਾਈ ਗੁਰਬਚਨ ਸਿੰਘ ਨੂੰ ਕਹਿ ਦਿੱਤਾ ਕਿ ਤੁਹਾਡੇ ਜਿਹੜੇ ਸੰਤ ਬਾਬਾ ਜਵਾਲਾ ਸਿੰਘ ਜੀ ਆ, ਲੇਕਿਨ ਸੰਗਤਾਂ ਇਹ ਆਖਦੀਆਂ ਕਿ ਉਹ ਅੰਤਰਜਾਮੀ ਆ ਤੇ ਸਰਬੱਗ ਵੀ ਆ, ਪਰ ਆ ਜਿਹੜਾ ਸੁੰਦਰ ਸਿੰਘ ਡਾਕਟਰ ਵਾ ਨਾ ਇਹਦੀ ਕਰਤੂਤ ਨੂੰ ਤਾਂ ਪਛਾਣ ਨਹੀਂ ਸਕੇ। ਇਹਨਾਂ ਨੂੰ ਤਾਂ ਉਸ ਡੇਰੇ ਦੇ ਵਿੱਚ ਬੜਾ ਮਾਣ ਤੇ ਸਤਿਕਾਰ ਦਿੰਦੇ ਰਹੇ ਹੈ, ਤੇ ਜੇ ਉਹ ਅੰਤਰਜਾਮੀ ਤੇ ਸਰਬੱਗ ਸੀਗੇ ਫਿਰ ਇਹਨਾਂ ਦੀ ਕਰਤੂਤ ਨੂੰ ਕਾਹਤੇ ਨਹੀਂ ਪਛਾਣ ਸਕੇ। ਜਦੋਂ ਸੰਤ ਦਲੀਪ ਸਿੰਘ ਹੁਣਾਂ ਨੇ ਇਹ ਜਿਹੜੀ ਹੈ ਨਾ ਗੱਲਬਾਤ ਸੀਗੀ ਭਾਈ ਗੁਰਬਚਨ ਸਿੰਘ ਹੁਣਾਂ ਨਾਲ ਸਾਂਝੀ ਕੀਤੀ, ਭਾਈ ਗੁਰਬਚਨ ਸਿੰਘ ਜੀ ਸੰਤ ਦਲੀਪ ਸਿੰਘ ਹੁਣਾਂ ਦੀ ਇਹ ਗੱਲ ਸੁਣ ਕੇ ਹੈ ਨਾ ਮਨ ਹੀ ਮਨ ਜਿਹੜੇ ਸੀਗੇ ਉਹ ਬੜੇ ਜਿਹੜੇ ਸੀਗੇ ਉਹ ਹੈਰਾਨ ਵੀ ਹੋਇਆ ਤੇ ਮਨ ਹੀ ਮਨ ਇਸ ਗੱਲ ਨੂੰ ਦਬਾ ਕੇ ਬਹਿ ਗਏ ਵੀ ਸੰਤ ਦਲੀਪ ਸਿੰਘ ਹੁਣਾਂ ਨੇ ਬਾਬਾ ਜਵਾਲਾ ਸਿੰਘ ਦੇ ਉੱਤੇ ਕਿਵੇਂ ਉਂਗਲ ਕਰ ਦਿੱਤੀ ਆ। ਪਰ ਫਿਰ ਵੀ ਕਿਉਂਕਿ ਸੰਤੋਖ ਦੇ ਧਾਰਨੀ ਸੀਗੇ ਪਰ ਚੁੱਪ ਰਹੇ। ਜਦੋਂ ਭਾਈ ਗੁਰਬਚਨ ਸਿੰਘ ਜੀ ਦੁਬਾਰਾ ਹਰਖੋਵਾਲ ਮਹਾਂਪੁਰਖਾਂ ਦੇ ਡੇਰੇ ਆਏ, ਇਹਨਾਂ ਨੇ ਆ ਕੇ ਨਾ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਸੰਤ ਦਲੀਪ ਸਿੰਘ ਦੀ ਸਾਰੀ ਗੱਲ ਜਿਹੜੀ ਸੀ ਉਹ ਸਾਂਝੀ ਕੀਤੀ। ਜਦ ਸਾਂਝੀ ਕੀਤੀ ਬਾਬਾ ਜਵਾਲਾ ਸਿੰਘ ਹੁਣਾਂ ਨੇ ਇਹ ਗੱਲਬਾਤ ਸੁਣ ਕੇ ਨਾ ਥੋੜ੍ਹੇ ਜਿਹੇ ਮੁਸਕਰਾਏ ਤੇ ਪਰ ਜਿਹੜਾ ਸੀ ਕੋਈ ਜਵਾਬ ਨਹੀਂ ਦਿੱਤਾ। ਪਰ ਜਦ ਤੀਸਰਾ ਦਿਨ ਹੋਇਆ ਹੈ ਨਾ
ਤੀਸਰੇ ਦਿਨ ਦੇ ਉੱਤੇ ਸੰਤ ਬਾਬਾ ਜਵਾਲਾ ਸਿੰਘ ਜੀ ਜਿਹੜਾ ਸੀ ਉਹ ਆਪਣਾ ਮੰਜਾ ਜਿਹੜਾ ਲੰਗਰ ਵਾਲਾ ਕੋਠਾ ਸੀ ਨਾ, ਉਸ ਕੋਠੇ ਉੱਪਰ ਡਾਹ ਕੇ ਬਹਿੰਦੇ ਸੀ, ਕਿਉਂਕਿ ਇਸ ਕੋਠੇ ਦੇ ਉੱਪਰ ਗਰਮੀਆਂ ਦੇ ਦਿਨ ਸੀਗੇ, ਸਤਸੰਗ ਵੀ ਰਾਤ ਨੂੰ ਕੋਠੇ 'ਤੇ ਹੁੰਦਾ ਸੀਗਾ, ਕੀਰਤਨ ਵੀ ਹੁੰਦਾ ਸੀਗਾ ਅਤੇ ਇੱਥੇ ਕਥਾ ਵਿਚਾਰ ਵੀ ਹੁੰਦੀ ਸੀ। ਪਰ ਜਦ ਤੀਸਰਾ ਦਿਨ ਹੋਇਆ, ਇੱਥੇ ਹੀ ਮਹਾਂਪੁਰਖ ਜਿਹੜੇ ਸਤਸੰਗ ਦੇ ਬਚਨ ਕਰਦੇ ਸੀਗੇ ਅਤੇ ਇੱਥੇ ਹੀ ਕੀਰਤਨ ਹੋਇਆ ਅਤੇ ਇੱਥੇ ਹੀ ਭਾਈ ਜੋਧ ਸਿੰਘ ਹੁਣਾਂ ਨੇ ਨਾ 52 ਅੱਖਰੀ ਜਿਹੜਾ ਪਾਠ ਸੀਗਾ, ਬਾਣੀ ਸੀ, ਉਹਦੀ ਕਥਾ ਜਿਹੜੀ ਸੀ ਸਾਰੀ ਸੰਗਤ ਨੂੰ ਸੁਣਾਈ। ਜਦ ਸੁਣਾਈ ਆ, ਥੱਲੇ ਇਹਦੇ ਨਾਲ ਹੀ ਹੈ ਨਾ 35 ਫੁੱਟ ਦਾ ਥੱਲੇ ਬਰਾਂਡਾ ਸੀਗਾ। ਜਦ ਬਰਾਂਡਾ ਸੀਗਾ ਅਤੇ ਸਾਰੀ ਸੰਗਤ ਨੇ ਕੀ ਦੇਖਿਆ, ਇੱਕ ਬੰਦਾ ਹੈ ਨਾ ਬਹੁਤ ਹੀ ਜਿਹਦੇ ਵਾਲ ਵੀ ਖਿਲਰੇ ਹੋਏ ਹੈਗੇ ਆ ਅਤੇ ਪੈਰ ਵੀ ਨੰਗੇ ਆ ਅਤੇ ਕੱਪੜੇ ਵੀ ਪਾਟੇ ਹੋਏ ਆ, ਔਰ ਨੱਠਾ ਨੱਠਾ ਰੌਲਾ ਪਾਉਂਦਾ ਆਇਆ ਅਤੇ ਆਉਂਦਾ ਹੀ ਸੰਤ ਬਾਬਾ ਜਵਾਲਾ ਸਿੰਘ ਦੇ ਮੰਜੇ ਕੋਲ ਆ ਕੇ ਲੇਟਣ ਲੱਗ ਪਿਆ। ਜਦ ਲੇਟਣ ਲੱਗ ਪਿਆ ਅਤੇ ਨਾਲ ਉੱਚੀ ਉੱਚੀ ਕਹਿਣ ਲੱਗ ਪਿਆ ਵੀ ਮੈਨੂੰ ਰੱਖ ਲਓ, ਰੱਖ ਲਓ, ਰੱਖ ਲਓ, ਮੈਂ ਮੂਰਖ ਭੁੱਲ ਗਿਆ, ਮੈਂ ਆਪ ਦੀ ਜਿਹੜੀ ਹੈ ਨਾ ਬਚਨਾਂ ਦੀ ਕਦਰ ਨਹੀਂ ਕੀਤੀ, ਆਪਣੇ ਜੀਵਨ ਦੇ ਵਿੱਚ ਨਹੀਂ ਅਪਣਾਇਆ ਹੈਗਾ, ਮੈਨੂੰ ਰੱਖ ਲਓ, ਮੇਰੇ 'ਤੇ ਕਿਰਪਾ ਕਰੋ, ਕਿਉਂਕਿ ਮੇਰੇ ਸਰੀਰ ਨੂੰ ਜਿਹੜੀ ਹੈ ਨਾ ਉਹ ਅੱਗ ਲੱਗੀ ਹੋਈ ਆ, ਮੇਰੇ ਅੰਦਰ ਇਸ ਤਰ੍ਹਾਂ ਅੱਗ ਹੁੰਦੀ ਜਿਵੇਂ ਜਿਹੜੇ ਕੋਲੇ ਹੈ ਉਹ ਮੱਘਦੇ ਹੋਣ। ਨਾਲੇ ਉਹ ਜਿਹੜਾ ਸੁੰਦਰ ਸਿੰਘ ਸੀਗਾ ਉਸ ਮਹਾਂਪੁਰਖਾਂ ਦੇ ਮੰਜੇ ਦੇ ਦੁਆਲੇ ਲੇਟੀ ਜਾਵੇ ਅਤੇ ਨਾਲੇ ਉੱਚੀ ਉੱਚੀ ਇਹ ਗੱਲ ਕਹੀ ਜਾਵੇ। ਪਰ ਉਹਦੀ ਇਹ ਗੱਲ ਕਹਿਣ ਦੇ ਨਾਲ ਵੀ ਹੈ ਨਾ ਸੰਤ ਬਾਬਾ ਜਵਾਲਾ ਸਿੰਘ ਕੁਛ ਨਹੀਂ ਬੋਲੇ, ਉਹਦੇ ਵੱਲ ਦੇਖਦੇ ਰਹੇ ਆ। ਪਰ ਜਦੋਂ ਉਹਨੇ ਹੈ ਨਾ ਬਹੁਤ ਜ਼ੋਰ ਨਾਲ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਅਤੇ ਫਿਰ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਨੇ ਆਪਣਾ ਜਿਹੜਾ ਸੀਗਾ ਉਹ ਬਚਨ ਉਹ ਸੁੰਦਰ ਸਿੰਘ ਨੂੰ ਇਹ ਸੁਣਾਇਆ। ਕਹਿੰਦੇ ਭਾਈ ਗੱਲ ਇੱਕ ਹੈਗੀ ਆ ਕਿ ਜਦੋਂ ਅਸੀਂ ਤੈਨੂੰ ਬਖਸ਼ਾਉਣ ਦਾ ਜ਼ੋਰ ਦਿੰਦੇ ਸੀਗੇ ਉਦੋਂ ਤਾਂ ਤੂੰ ਜਿਹੜਾ ਸੀਗਾ ਉਹ ਗੱਲ ਸੁਣੀ ਨਹੀਂ, ਪਰ ਹੁਣ ਜਦ ਸ਼ਹੀਦੀ ਫੌਜਾਂ ਦਾ ਤੇਰੇ ਉੱਤੇ ਕਰੜਾ ਪਹਿਰਾ ਆ ਗਿਆ ਹੈ ਨਾ, ਅਤੇ ਹੁਣ ਤੂੰ ਆਪਣੀ ਜਿਹੜੀ ਭੁੱਲ ਹੈਗੀ ਸਾਡੇ ਤੋਂ ਬਖਸ਼ਾਉਣ ਆਇਆ ਹੈਗਾ, ਇਹ ਜਿਹੜੀ ਭੁੱਲ ਹੈ ਨਾ ਇਹ ਤੇਰੀ ਹੁਣ ਬਖਸ਼ੀ ਨਹੀਂ ਜਾਊਗੀ। ਜਦ ਇਹ ਗੱਲ ਹੋਈ ਤਾਂ ਫਿਰ ਉਹ ਸੁੰਦਰ ਸਿੰਘ ਜਿਹੜਾ ਸੀਗਾ ਮਹਾਂਪੁਰਖਾਂ ਦਾ ਇਹ ਬਚਨ ਸੁਣ ਕੇ ਨਾ ਬੜਾ ਉੱਚੀ ਉੱਚੀ ਰੋਣ ਲੱਗ ਪਿਆ ਅਤੇ ਜਦ ਕੀਰਨੇ ਪਾਉਂਦਾ ਨਾਲ ਜਿਹੜਾ ਲਿਟ ਕੇ ਇਹ ਗੱਲ ਕਹਿਣ ਲੱਗ ਪਿਆ। ਫਿਰ ਬਾਬਾ ਜਵਾਲਾ ਸਿੰਘ ਜੀ ਉਹਦੀ ਗੱਲ ਸੁਣ ਕੇ ਕੁਛ ਦਇਆ ਦੇ ਘਰ 'ਚ ਆਏ, ਉਹਨੂੰ ਕਹਿਣ ਲੱਗੇ, ਕਹਿੰਦੇ ਭਾਈ ਵੀ ਹੁਣ ਤਾਂ ਤੂੰ ਨਹੀਂ ਬਖਸ਼ਿਆ ਜਾਵੇਂਗਾ, ਪਰ ਤੂੰ ਹੁਣ ਹੈ ਨਾ ਸੰਗਤ ਦੀ ਸ਼ਰਨ ਦੇ ਵਿੱਚ ਆ ਗਿਆ, ਕਿਉਂਕਿ ਆਲੇ ਦੁਆਲੇ ਉਹਦਾ ਇਹ ਦ੍ਰਿਸ਼ ਦੇਖ ਕੇ ਨਾ ਬਹੁਤ ਸਾਰੀ ਸੰਗਤ ਜਿਹੜੀ ਸੀ ਇਕੱਠੀ ਹੋ ਗਈ ਸੀ ਜਦੋਂ ਸੁੰਦਰ ਸਿੰਘ ਜਿਹੜਾ ਸੀ ਜ਼ਮੀਨ 'ਤੇ ਲਿਟ ਰਿਹਾ ਸੀਗਾ। ਅਤੇ ਬਾਬਾ ਜਵਾਲਾ ਸਿੰਘ ਹੁਣਾਂ ਨੇ ਕਿਹਾ ਸੀਗਾ ਕਿ ਹੁਣ ਤੂੰ ਸੰਗਤ ਦੀ ਸ਼ਰਨ ਵਿੱਚ ਆ ਗਿਆ ਹੈਗਾ ਅਤੇ ਇਸ ਸ਼ਰਨ ਦਾ ਸਦਕਾ ਹੁਣ ਨਹੀਂ ਅਗਲੇ ਜਨਮ ਦੇ ਵਿੱਚ ਹੈ ਨਾ ਤੂੰ ਇਹ ਬਖਸ਼ਿਆ ਜਾਵੇਂਗਾ। ਜਦ ਇਹ ਗੱਲ ਹੋਈ ਆ ਤਾਂ ਫਿਰ ਸੰਤਾਂ ਨੇ ਜਿੰਨੇ ਵੀ ਸੇਵਾਦਾਰ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਆਪੋ ਆਪਣੇ ਆਸਣਾਂ 'ਤੇ ਜਾਓ, ਜਾ ਕੇ ਹੈ ਨਾ ਉੱਥੇ ਆਪਣੇ ਚੌਂਕੜੇ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਦੀ ਜਾਪ ਆਰੰਭ ਕਰੋ। ਅਤੇ ਨਾਲ ਹੀ ਹੈ ਨਾ ਭਾਈ ਗੁਰਬਚਨ ਸਿੰਘ ਜਿਹੜੇ ਸੀਗੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਹਿਣ ਲੱਗੇ ਕਿ ਤੁਸੀਂ ਹੁਣ ਇਸ ਤਰ੍ਹਾਂ ਕਰੋ, ਸੁੰਨੀ ਪਿੰਡ ਜਾਵੋ ਅਤੇ ਉੱਥੇ ਸੰਤ ਦਲੀਪ ਸਿੰਘ ਹੁਣਾਂ ਨੂੰ ਕਹੋ ਕਿ ਉਹ ਇੱਥੇ ਆ ਜਾਣ, ਆ ਕੇ ਅਗਰ ਉਹ ਆਪਣੇ ਕਿਰਪਾ ਦੇ ਨਾਲ ਜਾਂ ਕਿਸੇ ਵੀ ਤਰੀਕੇ ਦੇ ਨਾਲ ਹੈ ਨਾ ਇਹ ਸੁੰਦਰ ਸਿੰਘ ਦਾ ਕੋਈ ਆਧਾਰ ਕਰ ਸਕਦੇ, ਕੋਈ ਸਹਾਇਤਾ ਕਰ ਸਕਦੇ ਆ ਤਾਂ ਉਹ ਆ ਕੇ ਜ਼ਰੂਰ ਕਰਨ। ਜਦੋਂ ਭਾਈ ਗੁਰਬਚਨ ਸਿੰਘ ਜੀ ਸੁੰਨੀ ਪਿੰਡ ਸੰਤ ਦਲੀਪ ਸਿੰਘ ਹੁਣਾਂ ਕੋਲ ਗਏ, ਜਿਨ੍ਹਾਂ ਨੇ ਮਹਾਂਪੁਰਖਾਂ ਨੂੰ ਕਿਹਾ ਸੀਗਾ ਵੀ ਸਾਨੂੰ ਤਾਂ ਲੱਗਦਾ ਨਹੀਂ ਕਿ ਬਾਬਾ ਦਰਜਾਮੀ ਹੈ ਜਾਂ ਸਰਬੱਗ ਹੈਗੇ ਆ, ਪਰ ਭਾਈ ਗੁਰਬਚਨ ਸਿੰਘ ਹੁਣਾਂ ਨੇ ਜਦ ਭਾਈ ਸੁੰਦਰ ਸਿੰਘ ਦੀ ਇਹ ਹਾਲਤ ਸੰਤ ਦਲੀਪ ਸਿੰਘ ਹੁਣਾਂ ਨੂੰ ਉੱਥੇ ਜਾ ਕੇ ਸਾਂਝੀ ਕੀਤੀ, ਉਹਦੀ ਇਹ ਦਸ਼ਾ ਸੁਣ ਕੇ ਨਾ ਸੰਤ ਦਲੀਪ ਸਿੰਘ ਹੁਣੀ ਬੜੇ ਹੈਰਾਨ ਹੋਏ, ਫਿਰ ਚੁੱਪ ਵੀ ਕਰ ਗਏ। ਪਰ ਮਹਾਂਪੁਰਖਾਂ ਦਾ ਜਿਹੜਾ ਸੁਨੇਹਾ ਦਿੱਤਾ ਸੀਗਾ ਕਿ ਅਗਰ ਤੁਹਾਡੇ ਕੋਲ ਹੋ ਸਕੇ ਤੁਸੀਂ ਇਹਨਾਂ ਦੀ ਕੋਈ ਸਹਾਇਤਾ ਕਰੋ, ਪਰ ਸੰਤ ਦਲੀਪ ਸਿੰਘ ਹੁਣਾਂ ਨੇ ਜਿਹੜੀ ਸੀਗੀ ਇਹ ਜਿਹੜੀ ਗੱਲ ਸੀਗੀ ਇਹ ਸੁਣੀ ਅਣਸੁਣੀ ਕਰ ਦਿੱਤੀ ਅਤੇ ਨਾ ਹੀ ਸੰਤ ਦਲੀਪ ਸਿੰਘ ਡੇਰੇ ਆਏ ਆ ਅਤੇ ਉੱਥੋਂ ਫਿਰ ਹੈ ਨਾ ਭਾਈ ਗੁਰਬਚਨ ਸਿੰਘ ਜਿਹੜੇ ਸੀਗੇ ਉਹ ਵਾਪਸ ਫਿਰ ਹੈ ਨਾ ਡੇਰੇ ਪਹੁੰਚ ਗਿਆ, ਪਰ ਸੰਤ ਦਲੀਪ ਸਿੰਘ ਜਿਹੜੇ ਸੀਗੇ ਉਹ ਡੇਰੇ ਨਹੀਂ ਪਹੁੰਚੇ ਹੈਗੇ। ਉਸ ਤੋਂ ਬਾਅਦ ਇਹ ਜਿਹੜਾ ਸੁੰਦਰ ਸਿੰਘ ਸੀਗਾ ਇਹ 2 ਦਿਨ ਇਸ ਤਰ੍ਹਾਂ ਜਿਹੜਾ ਜ਼ੋਰ ਨਾਲ ਦਿਨ ਰਾਤ ਲਿਟਦਾ ਰਿਹਾ ਅਤੇ ਤੀਜੇ ਦਿਨ ਫਿਰ ਲਿਟਦੇ ਨੇ ਜਿਹੜੇ ਆਪਣੇ ਪ੍ਰਾਣ ਜਿਹੜੇ ਸੀਗੇ ਉਹ ਤਿਆਗ ਦਿੱਤੇ। ਜਦ ਇਹਦੇ ਪ੍ਰਾਣ ਜਿਹੜੇ ਸੀਗੇ ਉਹ ਸਰੀਰ ਤੋਂ ਵੱਖ ਹੋਏ ਆ ਅਤੇ ਮਹਾਂਪੁਰਖਾਂ ਦੇ ਜਿਹੜੇ ਬਚਨ ਉਹ ਸੱਤ ਹੋਏ ਆ ਕਿ ਇਹੋ ਜਿਹੇ ਲੋਕੀ ਜਿਹੜੇ ਹੁੰਦੇ ਆ ਜਿਹੜੇ ਪਾਪਾਂ 'ਚ ਗ੍ਰਸਤ ਹੁੰਦੇ ਅੰਤ ਦੇ ਵਿੱਚ ਕੁੰਭੀ ਨਰਕ ਦੇ ਵਿੱਚ ਜਿਹੜੇ ਹੈ ਨਾ ਉਹ ਸੜਦੇ ਹੈਗੇ ਆ। ਤੋ ਸੁੰਦਰ ਸਿੰਘ ਜਿਹੜੇ ਸੀਗੇ ਜਦ ਇਹਨਾਂ ਦੇ ਅੰਤ ਪ੍ਰਾਣ ਜਿਹੜੇ ਸੀ ਸਰੀਰ ਤੋਂ ਵੱਖ ਹੋਇਆ ਅਤੇ ਜਮਦੂਤ ਇਹਨਾਂ ਨੂੰ ਫਿਰ ਉਸ ਕੁੰਭੀ ਨਰਕ ਦੇ ਵਿੱਚ ਲੈ ਗਏ ਆ। ਪਰ ਮਹਾਂਪੁਰਖਾਂ ਨੇ ਫਿਰ ਵੀ ਇਹਨਾਂ ਦਾ ਕਿਰਿਆ ਕਰਨ ਵਾਸਤੇ ਆਪਣੇ ਲੰਗਰ ਦੇ ਵਿੱਚ ਕੜਾਹ ਪ੍ਰਸ਼ਾਦੀ ਦੇਗ ਤਿਆਰ ਕੀਤੀ ਆ ਅਤੇ ਬਾਕੀ ਜਿੰਨੀ ਸੰਗਤ ਸੀ ਉਹਨਾਂ ਨੇ ਬਾਹਰ ਜਾ ਕੇ ਚੋਅ ਦੇ ਕੰਢੇ ਇੱਕ ਚਿਖਾ ਚੁਣੀ ਆ। ਇਸ ਚਿਖਾ ਦੇ ਵਿੱਚ ਫਿਰ ਸੁੰਦਰ ਸਿੰਘ ਹੁਣਾਂ ਦਾ ਜਿਹੜਾ ਅੰਤਮ ਸੰਸਕਾਰ ਕੀਤਾ ਹੈਗਾ। ਜਦ ਅੰਤਮ ਸੰਸਕਾਰ ਹੋਇਆ ਅਤੇ ਇਹਦੇ ਵਿੱਚ ਫਿਰ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਨੇ ਜਿਹੜੀ ਦੇਗ ਜਿਹੜੀ ਤਿਆਰ ਕਰਕੇ ਨਾਲ ਲਿਆਂਦੀ ਸੀਗੀ
ਉਹ ਦੇਗ ਸਾਰੀ ਸੰਗਤ ਦੇ ਵਿੱਚ ਜਿਹੜੀ ਸੀ ਬਿਲਕੁਲ ਨਹੀਂ ਵਰਤਾਈ। ਉਸ ਦੇਗ ਨੂੰ ਉਸੇ ਹੀ ਚਿਖਾ ਦੇ ਵਿੱਚ ਪਾ ਦਿੱਤਾ ਸੀਗਾ ਤੇ ਨਾਲ ਕਿਹਾ ਸੀਗਾ ਕਿ ਭਾਈ ਇਹ ਜਿਹੜੇ ਗੁਰੂ ਤੋਂ ਬੇਮੁਖ ਸੱਜਣ ਹੁੰਦੇ ਹਨ ਉਹਨਾਂ ਦਾ ਹਾਲ ਇਹੀ ਹੁੰਦਾ ਹੈਗਾ ਕਿ ਉਹ ਜੋ ਆਪਣੀ ਕੀਤੀ ਹੈ, ਜੋ ਬੀਜ ਦੇ ਕਰਮ ਹੈ, ਉਹ ਹੀ ਅੱਗੇ ਜਾ ਕੇ ਭੋਗਦੇ ਆ। ਪਰ ਮਹਾਂਪੁਰਖਾਂ ਦਾ ਜਿਹੜਾ ਬਚਨ ਸੀਗਾ ਕਿ ਹੁਣ ਨਹੀਂ, ਅਗਲੇ ਜਨਮ ਦੇ ਵਿੱਚ ਤੂੰ ਬਖਸ਼ਿਆ ਜਾਵੇਗਾ, ਉਹ ਵੀ ਸੰਗਤ ਦੀ ਚਰਨ ਧੂੜ ਸਦਕਾ। ਸੋ ਸਾਰੀ ਸੰਗਤ ਮਹਾਂਪੁਰਖਾਂ ਦਾ ਇਹ ਬਚਨ ਦਾ ਇਸ਼ਾਰਾ ਸਮਝ ਕੇ ਹੈ ਨਾ ਫਿਰ ਉੱਥੋਂ ਵਾਪਸ ਜਿਹੜੀ ਸੀ ਉਹ ਆਪਣੇ ਆਪਣੇ ਘਰਾਂ ਨੂੰ ਚਲੇ ਗਈ। ਸੋ ਇੰਨੇ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।